ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਤਾਜ਼ਾ ਅਪਡੇਟਸ ਲੈ ਕੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਹਾਜ਼ਰ ਹਾਂ ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ। ਅੱਜ ਵੀ ਅਸੀਂ ਹਾਜ਼ਰ ਹਾਂ ਤੇ ਤੁਸੀਂ ਵੀ ਇਸ ਸ਼ੋਅ ਨੂੰ ਪਹਿਲਾਂ ਦੀ ਤਰ੍ਹਾਂ ਹੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ ਤਾਂ ਕਿ ਤੁਹਾਡੇ ਕੋਈ ਵੀ ਡਾਊਟਸ ਹੋਣ, ਕਿਉਂਕਿ ਅਸੀਂ ਅੱਜ ਗੱਲ ਕਰਾਂਗੇ ਖਾਸ ਤੌਰ ਤੇ ਕੈਨੇਡਾ, ਯੂਕੇ ਔਰ ਆਸਟ੍ਰੇਲੀਆ ਦੇ ਬਾਰੇ ਵਿੱਚ। ਸੋ ਕੋਈ ਵੀ ਡਾਊਟਸ ਹੋਣ ਕਲੀਅਰ ਜ਼ਰੂਰ ਕਰ ਲਓ। ਕੋਈ ਵੀ ਸਵਾਲ ਹੋਵੇ ਸ਼ੋਅ ਦੇ ਦੌਰਾਨ ਵੀ ਕਾਲ ਕਰ ਸਕਦੇ ਹੋ, ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਤੇ ਕਾਲਸ ਹਾਲਾਂਕਿ ਆਉਣੀਆਂ ਸ਼ੁਰੂ ਹੋ ਚੁੱਕੀਆਂ। ਪਰ ਸਭ ਤੋਂ ਪਹਿਲਾਂ ਮੈਂ ਤੁਹਾਡੀ ਇੰਟਰੋਡਕਸ਼ਨ ਕਰਵਾਉਣਾ ਚਾਹੂੰਗੀ ਜੋ ਸਾਡੇ ਅੱਜ ਦੇ ਮਹਿਮਾਨ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ। ਵਰਲਡ ਇਮੀਗ੍ਰੇਸ਼ਨ ਨੈਟਵਰਕ ਤੋਂ ਵੀਜ਼ਾ ਐਕਸਪਰਟ ਰਾਜਵਿੰਦਰ ਕੌਰ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਕਾਲਸ ਹਾਲਾਂਕਿ ਸ਼ੁਰੂ ਹੋ ਚੁੱਕੀਆਂ ਨੇ, ਪਰ ਸ਼ੁਰੂਆਤ ਆਪਾਂ ਕੈਨੇਡਾ ਦੇ ਅਪਡੇਟ ਤੋਂ ਹੀ ਮੈਂ ਕਰਨਾ ਚਾਹੂੰਗੀ, ਕਿਉਂਕਿ ਅੱਜ ਦੇ ਸਮੇਂ ਵਿੱਚ ਸਟੂਡੈਂਟ ਜੋ ਵੀ ਹੈ, ਅਗਰ ਓਵਰਆਲ 6 ਆਇਲ ਸਕੋਰ ਵਾਲਾ ਜਿਹੜਾ ਸਟੂਡੈਂਟ ਹੈ ਜਿਹਦੇ 1 ਜਾਂ 2 ਵਿੱਚ 5.5 ਰਹਿ ਗਏ ਨੇ, ਉਹ ਸਟੂਡੈਂਟ ਨੂੰ ਕੀ ਰਾਈਟ ਡਿਸੀਜਨ ਲੈਣਾ ਚਾਹੀਦਾ ਹੈ? ਕੈਨੇਡਾ ਨॉन एसडीएस ਕੈਟਾਗਰੀ ਵਿੱਚ ਚਲਾ ਜਾਏ ਜਾਂ ਫਿਰ ਆਸਟ੍ਰੇਲੀਆ ਔਰ यूके ਵੱਲ ਦੇਖੇ? ਬਿਲਕੁਲ ਦੇਖੋ, ਅਗਰ 6 ਓਵਰਆਲ ਹੈਗੇ ਨੇ, ਨਾਟ ਲੈਸ ਦੈਨ 5.5 ਇਨ 1 ਔਰ 2 ਮੋਡਿਊਲ ਹੈ। ਦੇਖੋ ਅਗਰ ਤਾਂ ਉਹਦਾ ਬੇਸਿਕਲੀ ਸਪੈਸੀਫਿਕੇਸ਼ਨ ਹੈਗੀ ਹੀ ਹੈ ਕਿ ਉਹਨਾਂ ਨੇ ਕੈਨੇਡਾ ਹੀ ਜਾਣਾ ਹੈ, ਤਾਂ ਦੈਨ ਜੋ ਆਪਣੇ ਕੋਲ ਆਪਸ਼ਨਸ ਨੇ, ਦੇਖੋ ਕਦੇ ਵੀ ਉਸ ਚੀਜ਼ ਵੱਲ ਨਾ ਦੇਖੋ ਕਿ ਅਗਰ ਓਨਟਾਰੀਓ ਦੇ ਵਿੱਚ ਕੋਈ ਰਿਸ਼ਤੇਦਾਰ ਹੈ ਜਾਂ ਬ੍ਰਿਟਿਸ਼ ਕੋਲੰਬੀਆ ਸਾਈਡ ਕੋਈ ਰਿਸ਼ਤੇਦਾਰ ਹੈ ਤਾਂ ਮੈਨੂੰ ਪ੍ਰੈਫਰੈਂਸ ਉਹੀ ਚਾਹੀਦੀ ਹੈ, ਕਿਉਂਕਿ ਜਿੱਥੇ ਆਲਰੇਡੀ ਬਹੁਤ ਜ਼ਿਆਦਾ ਪੋਪੂਲੇਸ਼ਨ ਹੈ, ਅਗਰ ਤੁਸੀਂ ਵੀ ਉੱਥੇ ਆਪਣਾ ਕੇਸ ਅਪਲਾਈ ਕਰੋਗੇ ਤਾਂ ਬਹੁਤ ਰੇਅਰ ਚਾਂਸਸ ਹੁੰਦੇ ਨੇ ਕਿ ਆਪਾਂ ਨੂੰ ਵੀਜ਼ਾ ਮਿਲ ਪਾਏ। ਸੋ ਇਸ ਤੋਂ ਚੰਗਾ ਹੈ ਕਿ ਤੁਸੀਂ ਜਿਹੜੀ ਆਪਣੀ ਪ੍ਰੈਫਰੈਂਸ ਨਾ ਰੱਖੋ ਅਗਰ ਤੁਹਾਡੇ ਇੱਕ ਅੱਧੇ ਮੋਡਿਊਲ ਦੇ ਵਿੱਚੋਂ 5.5 ਨੇ। ਸੋ ਉਸ ਤੋਂ ਇਲਾਵਾ ਵੀ ਆਪਣੇ ਕੋਲ ਹੋਰ ਵੀ ਬਹੁਤ ਪ੍ਰੋਵਿੰਸਿਸ ਨੇ, ਇਹ ਤਾਂ 2 ਹੀ ਨੇ, ਉਸ ਤੋਂ ਪਿੱਛੇ 8 ਪ੍ਰੋਵਿੰਸਿਸ ਹੋਰ ਬਚਦੀਆਂ ਨੇ। ਅਗਰ ਉਹਨਾਂ ਦੇ ਵਿੱਚ ਤੁਸੀਂ ਆਪਣਾ ਕੇਸ ਫਾਈਲ ਕਰਦੇ ਹੋ, ਫੋਰ ਐਗਜ਼ਾਮਪਲ ਨਿਊ ਬਰੰਸਵਿਕ ਹੋ ਗਿਆ, ਨੋਵਾ ਸਕੋਸ਼ੀਆ ਵਾਲੀ ਸਾਈਡ ਹੋ ਗਿਆ, ਤਾਂ ਇੱਥੇ ਵੀ ਬਹੁਤ ਅੱਛੀਆਂ ਆਪਸ਼ਨਸ ਨੇ, ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ। ਕਿਉਂਕਿ ਅਗਰ ਤੁਹਾਡੇ ਕੋਲ ਕੈਨੇਡਾ ਦਾ ਵੀਜ਼ਾ ਹੈ ਦੈਨ ਤੁਸੀਂ ਵੀਜ਼ਾ ਲੈਣ ਤੋਂ ਬਾਅਦ ਕਿਤੇ ਵੀ ਮੂਵ ਆਨ ਹੋ ਸਕਦੇ ਹੋ। ਸੋ ਅਗਰ ਆਪਾਂ ਸਪੈਸੀਫਿਕ ਇੱਕ ਹੀ ਲੋਕੇਸ਼ਨ ਤੇ ਸਟਕ ਹੋ ਜਾਂਦੇ ਤਾਂ ਉਸ ਟਾਈਮ ਤੇ ਆਪਾਂ ਨੂੰ ਵੀਜ਼ਾ ਲੈਣ 'ਚ ਦਿੱਕਤ ਆਉਂਦੀ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਸੋ ਇਸ ਲਈ ਅਸੀਂ ਕੋਸ਼ਿਸ਼ ਸਾਡੇ ਵੱਲੋਂ ਵੀ ਇਹੀ ਰਹਿੰਦੀ ਹੈ ਕਿ ਤੁਹਾਡਾ ਜਿਹੜੇ ਕਈ ਕਾਮਨ ਪ੍ਰੋਫਾਈਲਸ ਦੇ ਸਵਾਲ ਸਾਡੇ ਕੋਲ ਆਉਂਦੇ ਹੋ, ਅਸੀਂ ਸਾਰੇ ਸਵਾਲ ਸ਼ਾਮਿਲ ਕਰੀਏ। ਕਾਲਰਸ ਵੀ ਸਾਡੇ ਨਾਲ ਜੁੜ ਰਹੇ ਨੇ, ਕਾਲ ਅਟੈਂਡ ਕਰਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਪ੍ਰੀਤੀ ਗੱਲ ਕਰ ਰਹੀ ਹਾਂ ਕਿ ਮੈਂ ਨਾ ਆਸਟ੍ਰੇਲੀਆ ਦੇ ਬਾਰੇ ਪਤਾ ਕਰਨਾ ਸੀ ਮੈਮ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਰੀਸੈਂਟ ਪਾਸ ਆਊਟ ਹੈ 2020 ਜੀ। ਗ੍ਰੈਜੂਏਸ਼ਨ ਕੀਤੀ ਹੈ BCA ਚ ਨਾ 65% ਹੈ, ਬੈਂਡ ਸਕੋਰ ਵੀ ਓਵਰਆਲ 6.586 ਹੈ। ਓਕੇ ਤੇ ਮੈਂ ਪੁੱਛਣਾ ਸੀਗਾ ਕਿ ਮੇਰੇ ਹਸਬੰਡ +2 ਨੇ ਤੇ ਸਪਾਊਸ ਕੇਸ ਹੋ ਸਕਦਾ ਮੇਰੇ ਇਸ ਪ੍ਰੋਫਾਈਲ ਦੇ ਉੱਤੇ? ਓਕੇ, ਕਿੱਥੋਂ ਦਾ ਸਪਾਊਸ ਕਰਵਾਉਣਾ ਚਾਹੁੰਦੇ ਹੋ ਜੀ? ਆਸਟ੍ਰੇਲੀਆ ਦਾ ਜੀ। ਓਕੇ ਠੀਕ ਹੈ ਮੈਮ। ਦੇਖੋ 2020 ਪਾਸ ਆਊਟ ਨੇ ਔਰ 6.5 ਔਰ ਉਸ ਤੋਂ ਬਾਅਦ 2020 ਤੋਂ ਬਾਅਦ ਕੀ ਕੀਤਾ ਤੁਸੀਂ? ਇਨ ਬਿਟਵੀਨ ਗੈਪ ਹੀ ਹੈ ਮੈਡਮ, ਕੁਝ ਨਹੀਂ ਕੀਤਾ ਜੀ। ਓਕੇ 2020 ਤੋਂ ਬਾਅਦ ਗੈਪ ਹੈ। ਬਿਲਕੁਲ ਜੀ। ਦੇਖੋ ਮੈਮ ਕੀ ਹੈਗਾ ਕਿ ਅਗਰ ਆਪਾਂ ਇਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਕਿ ਆਪਾਂ ਉੱਥੇ ਵੀਜ਼ਾ ਲੈ ਸਕਦੇ ਹਾਂ। ਬਟ ਹੁਣ ਇੱਕ ਨਾ ਹਰ ਇੱਕ ਦੇ ਦਿਮਾਗ 'ਚ ਇੱਕ ਚੀਜ਼ ਹੁੰਦੀ ਹੈ ਕਿ ਆਸਟ੍ਰੇਲੀਆ ਗੈਪ ਨਹੀਂ ਅਸੈਪਟ ਕਰ ਰਿਹਾ। ਦੇਖੋ ਨੋ ਡਾਊਟ ਆਸਟ੍ਰੇਲੀਆ ਗੈਪ ਨਹੀਂ ਅਸੈਪਟ ਕਰ ਰਿਹਾ, ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ। ਕਿਉਂਕਿ +2 ਵਾਲੇ, ਜਿਵੇਂ ਕਈ ਬੱਚੇ ਹੁੰਦੇ ਜਿਨ੍ਹਾਂ ਨੇ +2 ਤੋਂ ਬਾਅਦ 2017-18 ਦੇ ਵਿੱਚ ਕੀਤੀ ਹੈ, ਤੇ ਉਹ ਕੀ ਕਰਦੇ ਨੇ ਕਿ ਏਜੰਟ ਉਹਨਾਂ ਨੂੰ ਸੁਜੈਸ਼ਨ ਦੇ ਦਿੰਦੇ ਨੇ ਤੁਸੀਂ ਡਿਪਲੋਮਾ ਬਣਾ ਲਓ। ਉਹ ਆਪਾਂ ਅਗਰ ਦੇਖੀਏ ਤਾਂ ਸਾਫ਼ ਪਤਾ ਲੱਗਦਾ ਕਿ ਫੇਕ ਹੈਗਾ। ਸੋ ਅਗਰ ਦੇਖੋ ਤੁਸੀਂ 2020 ਪਾਸ ਆਊਟ ਹੋ, ਉਸ ਤੋਂ ਬਾਅਦ ਆਪਣੇ ਪ੍ਰੋਫਾਈਲ ਦੇ ਵਿੱਚ ਪ੍ਰੋਪਰ ਵਰਕ ਐਕਸਪੀਰੀਅੰਸ ਜੇ ਤੁਹਾਡੇ ਕੋਲ ਹੈਗਾ ਉਹ ਦਿਖਾਓ। ਕੁਝ ਫੇਕ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਦਿੱਕਤ ਆਉਂਦੀ ਹੈ। ਸੋ ਇਹੀ ਰੀਜ਼ਨ ਹੈ ਕਿ ਆਸਟ੍ਰੇਲੀਆ ਜਿਹੜਾ ਹੈਗਾ ਉਹ ਸਟ੍ਰਿਕਟ ਹੋ ਚੁੱਕਿਆ ਹੈ। ਸੋ ਇਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗ ਅਗਰ ਆਪਾਂ ਗੱਲ ਕਰੀਏ ਤਾਂ ਤੁਸੀਂ ਆਪਣੇ ਸਪਾਊਸ ਨੂੰ ਜਿਹੜਾ ਹੈਗਾ, ਜਿਵੇਂ ਹੁਣ ਆਲਰੇਡੀ +2 ਹੈਗੀ ਹੈ, ਤਾਂ ਉਹਦੇ ਤੋਂ ਬਾਅਦ ਦੇਖੋ ਮੇਨ ਐਪਲੀਕੈਂਟ ਦੀਆਂ ਜਿਹੜੀਆਂ ਵੈਰੀਫਿਕੇਸ਼ਨਸ ਨੇ ਉਹ ਜ਼ਰੂਰ ਹੁੰਦੀਆਂ ਨੇ, ਤਾਂ ਐਸਾ ਕੋਈ ਦਿੱਕਤ ਨਹੀਂ ਹੈ। ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਉਹਦੇ ਬਿਹਾਫ ਤੇ ਕਿਸ ਤਰੀਕੇ ਨਾਲ ਫਾਈਲਸ ਨੂੰ ਮਤਲਬ ਆਪਾਂ ਨੂੰ ਤਿਆਰ ਕਰਨਾ ਪਏਗਾ, ਕੀ ਡਾਕੂਮੈਂਟਸ ਕਰਨੇ ਪੈਣਗੇ ਰੈਡੀ, ਉਹ ਤੁਹਾਨੂੰ ਪ੍ਰੋਪਰ ਅਸੀਂ ਆਫਿਸ ਦੇ ਵਿੱਚ ਕਲੀਅਰ ਕਰ ਸਕਦੇ ਹਾਂ। ਸੋ ਉਹਦੇ ਲਈ ਤੁਸੀਂ ਇੱਕ ਵਾਰੀ ਆਫਿਸ ਜ਼ਰੂਰ ਵਿਜ਼ਿਟ ਕਰੋ। ਆਈ ਥਿੰਕ ਜੋ ਸਾਡੇ ਕਾਲਰ ਸੀ ਪ੍ਰੀਤੀ, ਇਹਨਾਂ ਦਾ ਸ਼ਾਇਦ ਕੰਸਰਨ ਮੈਨੇ ਇਹ ਵੀ ਸੀ ਕਿ ਖੁਦ ਗ੍ਰੈਜੂਏਟ ਨੇ ਔਰ ਉਹਨਾਂ ਦੇ ਜਿਹੜੇ ਸਪਾਊਸ ਨੇ ਉਹ +2 ਪਾਸ ਆਊਟ ਨੇ, ਤਾਂ ਕੀ ਇਹ ਕੰਬੀਨੇਸ਼ਨ ਇਹਦੇ ਵਿੱਚ ਕੀ ਹੁੰਦਾ ਮੈਮ? ਦੇਖੋ ਸਪਾਊਸ ਜਿਹੜਾ ਹੈਗਾ ਉਹ +2 ਕਰੀ ਹੋਈ ਹੈ, ਮੇਨ ਐਪਲੀਕੈਂਟ ਨੇ ਗ੍ਰੈਜੂਏਸ਼ਨ। ਅਗਰ ਤਾਂ ਦੇਖੋ ਆਪਣੇ ਕੋਲ ਵਿੱਚ ਇਨ ਬਿਟਵੀਨ ਟਾਈਮ ਹੈਗਾ, ਕਿਉਂਕਿ ਸਪਾਊਸ ਨੂੰ ਮੇਨ ਉਹ ਦੇਖਦੇ ਨੇ ਕਿ ਉਹ ਵੀ ਗ੍ਰੈਜੂਏਟ ਹੋਣਾ ਚਾਹੀਦਾ ਜਾਂ ਉਹਦੇ ਕੋਲ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ। ਸੋ ਇੱਥੇ ਕੀ ਹੁੰਦਾ ਹੈ ਕਿ ਜਿਵੇਂ ਅਗਰ ਆਪਾਂ ਗ੍ਰੈਜੂਏਟ ਨਹੀਂ ਆ ਤਾਂ ਥੋੜਾ ਟਾਈਮ ਗੈਪ ਪਾ ਕੇ ਵੀ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਅਗਰ ਬਿਲਕੁਲ ਨਾਲ ਲੈ ਕੇ ਜਾਣਾ ਤਾਂ ਉਹਨਾਂ ਦੀ ਪ੍ਰੋਫਾਈਲ ਦੇਖਣੀ ਪਏਗੀ ਜੀ, ਜੇ +2 ਹੈਗੇ ਨੇ ਤੇ ਕਿਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਅੱਗੇ ਦੀ ਜਿਹੜੀ ਸਟੱਡੀ ਹਾਇਰ ਸਟੱਡੀ ਹੈਗੀ ਉਹ ਦਿਖਾ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਵੀਜ਼ਾ ਨਾਲ ਮਿਲ ਸਕੇ। ਬਟ ਅਗਰ +2 ਦੇ ਕਰਕੇ ਦਿੱਕਤ ਆ ਰਹੀ ਹੈ ਤਾਂ ਥੋੜਾ ਟਾਈਮ ਸਪਾਊਸ ਅਗਰ ਡਿਲੇ ਕਰਕੇ ਜਾਂਦਾ ਤਾਂ ਕੋਈ ਪ੍ਰੋਬਲਮ ਨਹੀਂ। ਜੀ ਬਿਲਕੁਲ। ਤੇ ਬਾਕੀ ਹੋਰ ਦਰਸ਼ਕ ਵੀ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ। ਸੋ ਇਸੇ ਤਰੀਕੇ ਨਾਲ ਛੋਟੇ ਛੋਟੇ ਸਵਾਲ ਹੁੰਦੇ ਨੇ ਜੋ ਬਹੁਤ ਅਹਿਮ ਹੋ ਜਾਂਦੇ
ਆਉਂਦੇ ਨੇ ਤੁਹਾਡੀ ਪ੍ਰੋਫਾਈਲ ਲਈ, ਪਰ ਤੁਹਾਨੂੰ ਕਈ ਵਾਰੀ ਉਸੇ ਕਨਫਿਊਜ਼ਨ ਦੇ ਵਿੱਚ ਪਤਾ ਨਹੀਂ ਚੱਲਦਾ ਕਿ ਸਹੀ ਤਰੀਕੇ ਨਾਲ ਅਸੀਂ ਕਿਵੇਂ ਆਪਣੀ ਫਾਈਲ ਜੋ ਹੈ ਪ੍ਰੋਸੈਸ ਕਰੀਏ। ਸੋ ਇਸ ਸ਼ੋਅ ਦੇ ਵਿੱਚ ਅਸੀਂ ਹਮੇਸ਼ਾ ਹੀ ਹਰ ਉਹ ਛੋਟਾ ਵੱਡਾ ਪੁਆਇੰਟ ਲੈ ਕੇ ਆਉਂਦੇ ਹੀ ਆਉਂਦੇ ਹਾਂ ਜੋ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਜਾਂ ਫਿਰ ਤੁਹਾਡੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਵਰਲਡ ਇਮੀਗ੍ਰੇਸ਼ਨ ਨੈਟਵਰਕ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਆਪਣੇ ਡਾਕੂਮੈਂਟਸ ਲੈ ਕੇ ਜਾਓ ਜੀ, ਮੋਹਾਲੀ ਸੈਕਟਰ 3B2 ਦੇ ਵਿੱਚ ਹੈ, ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਅਸੈਸਮੈਂਟ ਕਰਵਾ ਕੇ ਪਤਾ ਕਰ ਸਕੋ ਕਿ ਤੁਹਾਡੀ ਸਹੀ ਡੈਸਟੀਨੇਸ਼ਨ, ਸਹੀ ਆਪਸ਼ਨ ਕਿਹੜੀ ਰਹਿਣ ਵਾਲੀ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ 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 ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਦੀਕਸ਼ਾ ਗੱਲ ਕਰ ਰਹੀ ਹਾਂ ਅੰਮ੍ਰਿਤਸਰ ਤੋਂ। ਹਾਂਜੀ ਦੀਕਸ਼ਾ ਜੀ, ਕੀ ਸਵਾਲ ਹੈ ਤੁਹਾਡਾ? ਮੈਮ ਆਫਟਰ ਗ੍ਰੈਜੂਏਸ਼ਨ ਪੁੱਛਣਾ ਚਾਹੁੰਦੀ ਮੈਂ, ਆਸਟ੍ਰੇਲੀਆ ਦੀ ਹੋ ਜਾਏਗਾ ਮੇਰਾ? ਓਵਰਆਲ 6 ਨੇ, 2 ਚੋਂ 5.5 ਨੇ। ਓਕੇ, 2 ਦੇ ਵਿੱਚੋਂ 5.5। ਗ੍ਰੈਜੂਏਸ਼ਨ ਕਦੋਂ ਕੀਤੀ ਹੈ ਮੈਮ ਤੁਸੀਂ? ਮੈਮ 2019 ਦੀ ਪਾਸ ਆਊਟ ਆ। ਉਸ ਤੋਂ ਬਾਅਦ ਕੀ ਕਰ ਰਹੇ ਹੋ? ਹਾਂਜੀ 2019 ਤੋਂ ਬਾਅਦ ਕੀ ਕਰ ਰਹੇ ਹੋ ਮੈਮ ਤੁਸੀਂ? ਮੈਮ ਗੈਪ ਹੈ। ਗੈਪ ਕੰਟੀਨਿਊਸਲੀ ਹੁਣ ਤੱਕ ਗੈਪ ਹੀ ਹੈ? ਹਾਂਜੀ ਹਾਂਜੀ ਜੀ ਠੀਕ ਹੈ। ਦੇਖੋ ਮੈਮ, ਜਿੱਦਾਂ ਕਿ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ, ਆਸਟ੍ਰੇਲੀਆ ਕਿਤੇ ਨਾ ਕਿਤੇ ਗੈਪ ਨੂੰ ਲੈ ਕੇ ਉਹਨਾਂ ਨੂੰ ਇਸ਼ੂ ਹੈਗਾ ਜੀ। ਹੈ। ਬਟ ਦੇਖੋ ਇੱਕ ਹੋਰ ਚੀਜ਼ ਹੈ ਕਿ ਅਗਰ ਬੱਚੇ ਨੇ +2 ਕੀਤੀ ਹੈ ਤਾਂ ਆਪਣੇ ਕੋਲ ਜਸਟੀਫਿਕੇਸ਼ਨ ਦੇਣ ਲਈ ਬਹੁਤ ਥੋੜੀਆਂ ਚੀਜ਼ਾਂ ਨੇ। ਲਾਈਕ ਆਪਾਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਇਹੀ ਸੁਜੈਸ਼ਨ ਦੇ ਸਕਦੇ ਹਾਂ ਕਿ ਹਾਇਰ ਸਟੱਡੀ ਹੋਣੀ ਚਾਹੀਦੀ, ਕਿਉਂਕਿ +2 ਤੋਂ ਬਾਅਦ ਬੱਚਾ ਆਪਣਾ ਵਰਕ ਐਕਸਪੀਰੀਅੰਸ ਵੀ ਨਹੀਂ ਦਿਖਾ ਸਕਦਾ। ਬਿਲਕੁਲ ਬਿਲਕੁਲ ਜੋ ਨਾਰਮਲ ਹੈਗਾ, ਕਿਉਂਕਿ +2 ਤੋਂ ਬਾਅਦ ਜੌਬਸ ਅਵੇਲੇਬਲ ਨਹੀਂ ਹੁੰਦੀਆਂ। ਸੋ ਅਗਰ ਤੁਸੀਂ ਗ੍ਰੈਜੂਏਟ ਹੈਗੇ ਹੋ ਤਾਂ ਤੁਸੀਂ ਆਪਣਾ ਜਿਹੜਾ ਕੇਸ ਹੈਗਾ ਉਹ ਆਸਟ੍ਰੇਲੀਆ ਦੇ ਵਿੱਚ ਕੇਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਮੇਕ ਸ਼ੋਰ ਆਪਣੇ ਜਿਹੜਾ ਤੁਹਾਡੇ ਕੋਲ ਗੈਪ ਹੈਗਾ ਉਹਦੀ ਜਸਟੀਫਿਕੇਸ਼ਨ ਜ਼ਰੂਰ ਦਿਓ, ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ। ਕਿਉਂਕਿ ਆਸਟ੍ਰੇਲੀਆ ਦਾ ਮੇਨ ਮੋਟਿਵ ਇਹ ਹੈਗਾ ਕਿ ਉਹ ਗੈਪ ਨੂੰ ਅਸੈਪਟ ਨਹੀਂ ਕਰ ਰਿਹਾ। ਬਟ ਅਗਰ ਤੁਸੀਂ ਜਸਟੀਫਿਕੇਸ਼ਨ ਦੇ ਕੇ ਉਹਨੂੰ ਕਵਰ ਅਪ ਕਰ ਰਹੇ ਹੋ ਦੈਨ ਆਪਾਂ ਸੋਚ ਸਕਦੇ ਹਾਂ। ਅਦਰਵਾਈਜ਼ ਤੁਹਾਡੇ ਕੋਲ ਹੋਰ ਵੀ ਬਹੁਤ ਕੰਟਰੀਜ਼ ਨੇ, ਲਾਈਕ UK ਦੇ ਵਿੱਚ ਤੁਸੀਂ ਕੇਸ ਫਾਈਲ ਕਰ ਸਕਦੇ ਹੋ। ਕਿਉਂਕਿ ਕਿਆ ਫਾਇਦਾ, ਕਿ ਆਸਟ੍ਰੇਲੀਆ ਦਾ ਮੇਨ ਫੋਕਸ ਹੀ ਹੈਗਾ ਕਿ ਗੈਪ ਨਹੀਂ ਹੋਣਾ ਚਾਹੀਦਾ। ਸੈਕੰਡ ਥਿੰਗ, ਤੁਹਾਡੇ ਕੋਲ ਫਾਈਨੈਂਸ਼ੀਅਲ ਹੋਣਾ ਚਾਹੀਦਾ। ਅਗਰ ਬਾਈ ਚਾਂਸ ਤੁਹਾਡੇ ਕੋਲ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਕਿਤੇ ਦਿੱਕਤ ਆ ਰਹੀ ਹੈ ਤਾਂ ਤੁਸੀਂ ਆਪਣੀ ਕੰਟਰੀ ਸਵਿਚ ਕਰ ਸਕਦੇ ਹੋ। ਜੀ 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 ਬਿਲਕੁਲ। ਤੇ ਮੈਂ ਨਾ ਇੱਥੇ ਥੋੜਾ ਹੋਰ ਇਸ ਪੁਆਇੰਟ ਨੂੰ ਕਲੀਅਰ ਕਰਨਾ ਚਾਹੂੰਗੀ, ਗੈਪ ਜਿਹੜੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਗੈਪ ਨੂੰ ਲੈ ਕੇ ਜਾਂ ਫੇਕ ਡਾਕੂਮੈਂਟਸ ਬਣਾ ਦਿੱਤੇ ਜਾਂਦੇ ਨੇ, ਕੁਝ ਏਜੰਟਸ ਐਵੇਂ ਸੁਜੈਸਟ ਕਰ ਦਿੰਦੇ ਨੇ, ਇੱਕ ਚੰਗੇ ਸਟੂਡੈਂਟ ਦੀ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ। ਜਿਵੇਂ ਆਪਾਂ ਗੱਲ ਕਰੀਏ, ਅਗਰ ਕਿਸੇ ਨੇ ਜਿਵੇਂ ਆਪਾਂ ਇਸੇ ਕਾਲਰ ਦੀ ਗੱਲ ਕਰ ਲਈਏ, ਇਹਨਾਂ ਨੇ 19 ਤੋਂ ਬਾਅਦ ਕੁਝ ਵੀ ਨਹੀਂ ਕੀਤਾ, ਤਾਂ ਇਹਨੂੰ ਆਪਾਂ ਜੈਨੂਇਨ ਵੇ ਦੇ ਨਾਲ ਅਗਰ ਆਪਾਂ ਜਸਟੀਫਾਈ ਕਰਨਾ ਤਾਂ ਆਪਾਂ ਕਿਵੇਂ ਇਹਨੂੰ ਜਸਟੀਫਾਈ ਕਰ ਸਕਦੇ ਹਾਂ? ਦੇਖੋ ਮੈਮ, ਜੈਨੂਇਨ ਵੇ ਦੇ ਨਾਲ ਕੀ ਹੁੰਦਾ ਕਿ ਅਗਰ ਤੁਸੀਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਗੱਲ ਕਰੋ, ਹੁਣ ਕੀ ਹੁੰਦਾ ਕਿ ਜਦੋਂ ਆਪਾਂ ਕਿਤੇ ਵਰਕ ਐਕਸਪੀਰੀਅੰਸ ਵੀ ਦਿਖਾਉਂਦੇ ਆ ਹਾਂਜੀ ਤਾਂ ਉਹਦੇ 'ਚ ਵੀ ਬਹੁਤ ਸਾਰੀਆਂ ਆਪਸ਼ਨਸ ਨੇ ਕਿ ਆਪਾਂ ਵਰਕ ਐਕਸਪੀਰੀਅੰਸ ਲਾਈਕ 2019 ਟੂ ਟਿਲ ਡੇਟ ਆਪਾਂ ਉਹਨਾਂ ਨੂੰ ਵਰਕਿੰਗ ਦਿਖਾ ਰਹੇ ਆ, ਤਾਂ ਉਹਦੇ 'ਚ ਜੇ ਆਪਣੇ ਕੋਲ ਅਕਾਊਂਟ 'ਚ ਸੈਲਰੀ ਨਹੀਂ ਹੈਗੀ ਦੈਟਸ ਓਕੇ। ਬਟ ਹੁਣ ਸਪੋਜ਼ ਦੈਟ ਆਪਾਂ ਸੋਚ ਰਹੇ ਹਾਂ ਕਿ ਹਾਂਜੀ ਮੈਂ ਆਪਣਾ ਕੇਸ ਫਾਈਲ ਕਰਨਾ UK ਦੇ ਲਈ, ਆਸਟ੍ਰੇਲੀਆ ਦੇ ਲਈ, ਤਾਂ ਕਮ ਸੇ ਕਮ ਹੁਣ ਜਿਹੜਾ ਤੁਹਾਡਾ ਪਾਰਟ ਜਦੋਂ ਤੁਸੀਂ ਸਟਾਰਟ ਕਰਦੇ ਹੋ ਉਦੋਂ ਤੋਂ ਲੈ ਕੇ ਤੁਹਾਡਾ ਜਦ ਤੱਕ ਵੀਜ਼ਾ ਫਾਈਲ ਹੁੰਦਾ ਤਦ ਤੱਕ ਆਪਣੀ ਸੈਲਰੀ ਜਿਹੜੀ ਹੈਗੀ ਉਹ ਅਕਾਊਂਟ 'ਚ ਲੈ ਲਓ, ਤਾਂ ਕਿ ਉਸ ਚੀਜ਼ ਨੂੰ ਜਸਟੀਫਾਈ ਕਰਨਾ ਈਜ਼ੀ ਹੋਵੇ। ਅਦਰਵਾਈਜ਼ ਜੇ ਤੁਸੀਂ ITR ਫਾਈਲ ਕਰਦੇ ਹੋ ਤਾਂ ਹੋਰ ਵੀ ਬੈਸਟ ਹੈਗਾ ਤੁਹਾਡੇ ਗੈਪ ਨੂੰ ਜਸਟੀਫਾਈ ਕਰਨ ਲਈ। ਜੀ 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 ਬਿਲਕੁਲ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੈਂ ਗੁਰਮੀਤ ਗੱਲ ਕਰ ਰਹੀ ਹਾਂ ਅੰਮ੍ਰਿਤਸਰ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਪੁੱਛਣਾ ਸੀ, ਮੈਂ ਨਾ +2 ਕੀਤੀ ਹੈ 2021 ਦੇ ਵਿੱਚ। ਓਕੇ ਹਾਂਜੀ, ਤੇ ਮੈਮ ਮੇਰੇ 3 ਚੋਂ 6, 1 ਚੋਂ 5 ਬੈਂਡ ਹੈ, ਕਿ ਮੇਰਾ ਕੈਨੇਡਾ ਹੋ ਸਕਦਾ ਮੈਮ? +2 ਵਿੱਚ ਕਿੰਨੀ ਪਰਸੈਂਟੇਜ ਹੈ ਤੁਹਾਡੀ? ਮੈਮ ਮੇਰੀ 87 ਨਾਨ ਮੈਡੀਕਲ ਨਾਲ। ਓਕੇ ਹਾਂਜੀ ਓਕੇ, ਤਾਂ ਮੈਮ 2021 ਤੋਂ ਬਾਅਦ ਹੁਣ ਤੱਕ ਸਿਰਫ IELTS ਹੀ ਕੀਤਾ ਹੈ? ਹਾਂਜੀ ਮੈਮ, ਮੈਂ 2-3 ਵਾਰ ਦੇਤਾ ਹੈ, ਬਟ ਮਤਲਬ ਪਹਿਲਾਂ 2 ਚੋਂ 5.5 ਆਏ ਸੀਗੇ, ਹੁਣ 3 ਚੋਂ 6 ਤਾਂ ਆ ਗਿਆ, ਪਰ 1 ਚੋਂ 5 ਰਹਿ ਗਿਆ। ਬਿਲਕੁਲ ਮੈਮ, ਦੇਖੋ ਜਿੱਦਾਂ ਕਿ ਸਭ ਤੋਂ ਪਹਿਲਾਂ ਆਪਾਂ ਇਸ ਟੌਪਿਕ ਤੇ ਗੱਲ ਕੀਤੀ ਸੀ ਕਿ ਅਗਰ ਆਪਣੇ ਕਿਸੇ 1 ਜਾਂ 2 ਮੋਡਿਊਲ ਦੇ ਵਿੱਚੋਂ ਬੈਂਡ ਕੱਟ ਆ, ਪਹਿਲੀ ਗੱਲ ਤਾਂ ਦੇਖੋ ਮੈਂ ਇਹੀ ਰეკਮੈਂਡ ਕਰੂੰਗੀ ਕਿ ਅਗਰ ਤੁਹਾਨੂੰ ਬੈਂਡ ਨੂੰ ਲੈ ਕੇ ਕੋਈ ਇਸ਼ੂ ਹੈਗਾ ਤਾਂ ਤੁਸੀਂ ਕੰਟਰੀ ਵੀ ਸਵਿਚ ਕਰ ਸਕਦੇ ਹੋ, ਕਿਉਂਕਿ ਇੱਕ ਚੀਜ਼ ਦੇ ਪਿੱਛੇ ਅਗਰ ਆਪਾਂ ਪੈਂਦੇ ਆ ਤਾਂ ਸਮ ਟਾਈਮ ਉਹ ਐਲੀਜੀਬਿਲਟੀ ਨਹੀਂ ਬਣ ਪਾਉਂਦੀ, ਜਿੰਦੇ ਕਰਕੇ ਦਿੱਕਤ ਆਉਂਦੀ ਆ। ਅਦਰਵਾਈਜ਼ ਦੇਖੋ ਮੈਂ ਤੁਹਾਨੂੰ ਇਹ ਸੁਜੈਸਟ ਨਹੀਂ ਕਰੂੰਗੀ ਕਿ ਕੈਨੇਡਾ ਦੇ ਵਿੱਚ ਉਹਨਾਂ ਪ੍ਰੋਵਿੰਸਿਸ ਦੇ ਵਿੱਚ ਕਰੋ ਜਿੱਥੇ ਕਿ ਆਲਰੇਡੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ। ਸੋ ਜਾਂ ਤਾਂ ਤੁਸੀਂ ਆਪਣਾ ਕੰਟਰੀ ਸਵਿਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਰੂਰਲ ਏਰੀਆ ਜਿੱਦਾਂ ਕਿ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ ਉਹਨਾਂ ਦੇ ਵਿੱਚ ਆਪਣੀ ਐਪਲੀਕੇਸ਼ਨ ਨੂੰ ਅਪਲੋਡ ਕਰਕੇ ਵੀਜ਼ਾ ਲੈ ਸਕਦੇ ਹੋ। ਜੀ ਬਿਲਕੁਲ, ਇਹ ਵੀ ਇੱਕ ਤੁਸੀਂ ਬਹੁਤ ਅੱਛਾ ਪੁਆਇੰਟ ਵੈਸੇ ਦੱਸਿਆ ਕਿ ਜਗ੍ਹਾ ਬਦਲ ਕੇ ਵੀ ਜੋ ਹੈ ਮੈਨੇਜ ਹੋ ਸਕਦਾ, ਵੀ ਜੇ ਕੋਈ ਸਟੂਡੈਂਟ ਕਵੇ ਕੈਨੇਡਾ ਹੀ ਜਾਣਾ ਹੈ ਨਾ ਤਾਂ ਕਿਉਂਕਿ ਦੇਖੋ ਜੋ ਮੇਨ ਹੈਗਾ ਹਰ ਇੱਕ ਸਟੂਡੈਂਟ ਦੀ ਪ੍ਰੈਫਰੈਂਸ ਰਹਿੰਦੀ ਹੈ, ਫਸਟਲੀ ਖਾਸ ਤੌਰ ਤੇ ਪੰਜਾਬੀ ਦੀ ਜਿਹੜੀ ਪ੍ਰੈਫਰੈਂਸ ਉਹ ਹੈ ਹੀ ਕੈਨੇਡਾ। ਬਿਲਕੁਲ, ਤਾਂ ਉਹਦੇ ਵਿੱਚ ਕੀ ਹੈ ਕਿ ਜੋ 2 ਮਤਲਬ ਆਪਾਂ ਗੱਲ ਕਰੀਏ ਪ੍ਰੋਵਿੰਸਿਸ ਨੇ ਮੋਸਟਲੀ ਉਹੀ ਹਾਈਲਾਈਟਡ ਨੇ ਜੀ, ਅਸੀਂ ਸਟੱਡੀ ਵੀਜ਼ਾ ਲਗਾਣਾ ਹੈ ਜਾਂ ਤਾਂ ਸਾਨੂੰ
ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਸਰੀ ਦੇ ਦਿਓ, ਜਾਂ ਫਿਰ ਸਾਨੂੰ ਓਨਟਾਰੀਓ ਦੇ ਵਿੱਚ ਬ੍ਰੈਂਪਟਨ ਦੇ ਦਿਓ, ਟੋਰਾਂਟੋ ਦੇ ਦਿਓ, ਮਿਸੀਸਾਗਾ ਦੇ ਦਿਓ। ਬਿਲਕੁਲ ਬਿਲਕੁਲ। ਬਟ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ 8 ਪ੍ਰੋਵਿੰਸਿਸ ਫਿਰ ਵੀ ਬਚਦੀਆਂ ਨੇ। ਹਾਲਾਂਕਿ ਜਿਹੜੇ ਸਟੂਡੈਂਟ ਸਟੱਡੀ ਤੇ ਜਾਂਦੇ ਨੇ ਉਹ ਕੀ ਕਰਦੇ ਨੇ, ਸਟੱਡੀ ਆਪਣੀ ਇਹਨਾਂ ਪ੍ਰੋਵਿੰਸਿਸ ਚ ਕਰਦੇ ਨੇ, ਦੈਨ ਮੂਵ ਔਨ ਹੁੰਦੇ ਨੇ ਕਿਸੇ ਹੋਰ ਪ੍ਰੋਵਿੰਸਿਸ ਚ, ਲਾਈਕ ਨੋਵਾ ਸਕੋਸ਼ੀਆ, ਨਿਊ ਬਰੰਸਵਿਕ ਜਾਂ ਅਦਰ ਪ੍ਰੋਵਿੰਸਿਸ, ਤਾਂ ਉੱਥੇ ਜਾ ਕੇ ਆਪਣੀ ਪੀਆਰ ਦੀ ਫਾਈਲ ਲਗਾਉਂਦੇ ਨੇ ਤੇ ਫਿਰ ਪੀਆਰ ਲੈ ਕੇ ਫਿਰ ਸਵਿਚ ਕਰਦੇ ਨੇ। ਸੋ ਇਸ ਤੋਂ ਚੰਗਾ ਹੈ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਤੁਹਾਨੂੰ ਲੱਗ ਰਿਹਾ ਤੁਹਾਡੇ ਬੈਂਡ ਸਕੋਰ ਥੋੜੇ ਡਾਊਨ ਜਾ ਰਹੇ ਨੇ, ਜਾਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਥੋੜੀ ਪਰਸੈਂਟੇਜ ਦਾ ਇਸ਼ੂ ਹੈ, ਤਾਂ ਤੁਸੀਂ ਆਪਣੀ ਪ੍ਰੋਵਿੰਸ ਜਿਹੜੀ ਆ ਸ਼ੁਰੂ ਤੋਂ ਹੀ ਉਹ ਲੈ ਕੇ ਚਲੋ ਜਿੱਥੇ ਵੀਜ਼ਾ ਦਾ ਸਕਸੈਸ ਰੇਟ ਵੀ ਆ ਔਰ ਪੀਆਰ ਵੀ ਤੁਹਾਨੂੰ ਈਜ਼ੀਲੀ ਮਿਲ ਜਾਏਗੀ। ਜੀ 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 ਬਿਲਕੁਲ, ਕਿਉਂਕਿ ਅਗਰ ਆਪਾਂ ਅੱਗੋਂ ਹੋਰ ਥੋੜੀ ਗੱਲ ਕਰੀਏ ਤਾਂ ਸਟੂਡੈਂਟਸ ਜਿਨ੍ਹਾਂ ਦੇ ਆਇਲਸ ਸਕੋਰ ਬਹੁਤ ਹੀ ਜ਼ਿਆਦਾ ਲੋ ਰਹਿ ਜਾਂਦਾ, ਉਹਨਾਂ ਦੀ ਕਿਤੇ ਨਾ ਕਿਤੇ ਚੁਆਇਸ ਇਹ ਵੀ ਹੋ ਜਾਂਦੀ ਚਲੋ ਜਿੱਥੇ ਵੀ ਜਿਹੜੀ ਵੀ ਕੰਟਰੀ ਵਿਦਆਊਟ ਆਇਲਸ ਕਰ ਰਹੀ ਹੈ ਨਾ, ਸਾਨੂੰ ਉੱਥੇ ਭੇਜ ਦਿਓ ਵੀ ਅਗਰ ਅਸੀਂ ਬਾਰ-ਬਾਰ ਟਰਾਈ ਕਰ ਰਹੇ ਹਾਂ ਸਾਡਾ ਆਇਲਸ ਸਕੋਰ ਉਹਨਾਂ ਅਸੀਂ ਅਚੀਵ ਨਹੀਂ ਕਰ ਪਾ ਰਹੇ ਤਾਂ ਯੂਕੇ ਨੂੰ ਲੈ ਕੇ ਜੋ ਇਹ ਚੀਜ਼ ਚੱਲਦੀ ਹੈ ਕਿ ਕੀ ਯੂਕੇ ਵਿੱਚ ਵਿਦਆਊਟ ਆਇਲਸ ਸਟੂਡੈਂਟ ਅਪਲਾਈ ਹੁਣ ਕਰਨ, ਜਾਂ ਸਿਰਫ ਇਹ ਕੁਝ ਪਹਿਲੇ ਬੀਤੇ ਸਮੇਂ ਦੀ ਗੱਲ ਹੋ ਗਈ ਤੇ ਅੱਜ ਦੇ ਟਾਈਮ ਵਿੱਚ ਆਇਲਸ ਜ਼ਰੂਰੀ ਹੀ ਹੈ ਕਿ ਯੂਕੇ ਲਈ? ਦੇਖੋ ਯੂਕੇ ਦੇ ਵਿੱਚ ਹੁਣ ਕੀ ਹੋ ਚੁੱਕਿਆ ਮੈਮ, ਮੋਸਟ ਆਫ ਦੀ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿ ਇਸ ਟਾਈਮ ਤੇ ਆਇਲਸ ਨੂੰ ਮਤਲਬ ਮੰਨ ਰਹੀਆਂ ਨੇ, ਕਿਉਂਕਿ ਕਿਤੇ ਨਾ ਕਿਤੇ ਦੇਖੋ ਪਹਿਲਾਂ ਕੀ ਸੀਨ ਸੀਗਾ ਕਿ ਬੱਚੇ ਵਿਦਆਊਟ ਆਇਲਸ ਜਾਂਦੇ ਸੀ, ਸਮ ਟਾਈਮ ਤੇ ਉਹਨਾਂ ਨੂੰ 에ਅਰਪੋਰਟ ਤੇ ਦਿੱਕਤ ਆਉਂਦੀ ਸੀ, ਜਦੋਂ ਉੱਥੇ ਜਾ ਕੇ ਸਟੱਡੀ ਕਰਦੇ ਸੀ ਤਾਂ ਉਸ ਟਾਈਮ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਉਹਨਾਂ ਦੇ ਕਮਿਊਨੀਕੇਸ਼ਨ ਦੇ ਵਿੱਚ, ਹੈ ਨਾ। ਤਾਂ ਸੋ ਦੈਟਸ ਵਾਈ ਉਹਨਾਂ ਨੇ ਕੀ ਕੀਤਾ ਸੀਗਾ ਕਿ ਆਇਲਸ ਮੈਂਡੇਟਰੀ ਕਰ ਦਿੱਤਾ, ਜਾਂ ਫਿਰ ਉਹ ਇੰਟਰਵਿਊ ਕੰਡਕਟ ਕਰਨ ਲੱਗੇ। ਹੁਣ ਵੀ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਕਹਿੰਦੀਆਂ ਨੇ ਤੁਹਾਡੇ ਅਗਰ 6 ਨੇ 2 ਮੋਡਿਊਲ 5.5 ਨੇ ਦੈਨ ਤੁਸੀਂ ਅਪਲਾਈ ਕਰ ਸਕਦੇ ਹੋ। ਇੱਥੋਂ ਤੱਕ ਕਿ ਯੂਕੇ ਜਿਹੜਾ ਹੈਗਾ ਉਹ ਡਲਿੰਗੋ ਵੀ, ਕਿਉਂਕਿ ਆਪਾਂ ਨੂੰ ਮੇਨ ਜਿਹੜਾ ਆਪਣਾ ਐਡਮਿਸ਼ਨ ਵਾਸਤੇ ਚਾਹੀਦਾ ਹੈ ਨਾ, ਆਇਲਸ ਵੀ ਆਪਾਂ ਨੂੰ ਐਡਮਿਸ਼ਨ ਵਾਸਤੇ ਚਾਹੀਦਾ, ਕੋਈ ਐਮਬੈਸੀ ਦਾ ਇਹ ਰੂਲ ਨਹੀਂ ਹੈਗਾ ਕਿ ਆਇਲਸ ਹੋਵੇ। ਜੀ ਜੀ। ਸੋ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਤੁਹਾਨੂੰ ਇਹ ਵੀ ਕਹਿ ਰਹੀਆਂ ਨੇ ਕਿ ਤੁਸੀਂ ਡਲਿੰਗੋ ਦਾ ਐਗਜ਼ਾਮ ਦੇ ਕੇ ਵੀ ਆਪਣੀ ਐਡਮਿਸ਼ਨ ਲੈ ਸਕਦੇ ਹੋ। ਸੋ ਇਸ ਲਈ ਮੈਂ ਕਹੂੰਗੀ ਜਿੰਨਾ ਸਟੂਡੈਂਟ ਦੇ ਕੋਲ ਗੈਪ ਹੈਗਾ ਜਾਂ ਆਲਰੇਡੀ ਰਿਫਿਊਜ਼ਡ ਨੇ, ਚਾਹੇ ਉਹ ਆਸਟ੍ਰੇਲੀਆ ਤੋਂ ਨੇ, ਚਾਹੇ ਉਹ ਕੈਨੇਡਾ ਤੋਂ ਨੇ, ਜਾਂ ਉਹਨਾਂ ਦੇ ਕੋਲ ਫਾਈਨੈਂਸ਼ੀਅਲ ਕੋਈ ਪ੍ਰੋਬਲਮ ਹੈਗੀ ਆ, ਤਾਂ ਮੈਂ ਅੱਜ ਵੀ ਉਹਨਾਂ ਨੂੰ ਇਹ ਕਹੂੰਗੀ ਕਿ ਤੁਸੀਂ ਇੱਕ ਵਾਰੀ ਆਫਿਸ ਆਓ। ਆਲ ਪੇਮੈਂਟ ਆਫਟਰ ਵੀਜ਼ਾ ਯੂਕੇ ਦੇ ਲਈ ਮੇਰੇ ਕੋਲ ਪੈਕੇजेस ਨੇ। ਠੀਕ ਹੈ ਤੇ ਲਗਾਤਾਰ ਸਟੂਡੈਂਟ ਸਾਡੇ ਨਾਲ ਬਣੇ ਹੋਏ ਨੇ, ਬਟ ਅਸੀਂ ਕੁਝ ਕਾਲਸ ਹਲੇ ਲਗਾਤਾਰ ਨਹੀਂ ਅਟੈਂਡ ਕਰ ਸਕਾਂਗੇ ਕਿਉਂਕਿ ਸਵਾਲ ਬਹੁਤ ਸਾਰੇ ਸਾਡੇ ਕੋਲ ਵੈਸੇ ਵੀ ਸਟੂਡੈਂਟਸ ਦੇ ਆਏ ਹੁੰਦੇ ਨੇ। ਸੋ ਇਸ ਕਰਕੇ ਮੈਂ ਕੁਝ ਸਵਾਲ ਆਸਟ੍ਰੇਲੀਆ ਨੂੰ ਬਾਰੇ ਵੀ ਗੱਲ ਕਰਾਂਗੀ, ਕਿਉਂਕਿ ਅਸੀਂ ਵੇਖਿਆ ਕਿ ਹੁਣ ਜਿੰਨੇ ਕਾਲਰਸ ਪਹਿਲਾਂ ਕਾਲਸ ਆ ਰਹੀ ਸੀ ਆਸਟ੍ਰੇਲੀਆ ਬਾਰੇ ਬਹੁਤ ਸਾਰੇ ਸਵਾਲ ਸੀਗੇ। ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਸਟ੍ਰਿਕਟ ਹੁੰਦਾ ਜਾ ਰਿਹਾ ਆਸਟ੍ਰੇਲੀਆ, ਅਗਰ ਅਸੀਂ ਫੇਕ ਡਾਕੂਮੈਂਟਸ ਦਾ ਰੀਜ਼ਨ ਕਹਿ ਲਈ ਜਾਂ ਫਿਰ ਫੰਡਸ ਦਾ ਸਹੀ ਸੋਰਸਿਸ ਦਾ ਨਾ ਹੋਣਾ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਅੱਜ ਉਸ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਕਿ ਸਟੂਡੈਂਟ ਸਮਝ ਸਕਣ ਕਿ ਇਹ ਮੇਰੀ ਪ੍ਰੋਫਾਈਲ ਹੈ ਕਿ ਯੈਸ ਮੈਂ ਐਲੀਜੀਬਲ ਆ, ਮੈਂ ਅਪਲਾਈ ਕਰਾਂ, ਮੇਰਾ ਟਾਈਮ ਵੇਸਟ ਨਹੀਂ ਹੋਏਗਾ। ਬਿਲਕੁਲ, ਦੇਖੋ ਆਸਟ੍ਰੇਲੀਆ ਦੇ ਵਿੱਚ ਮੇਨ ਇਹ ਹੁੰਦਾ ਹੈ, ਪਹਿਲੀ ਗੱਲ ਤਾਂ ਆਸਟ੍ਰੇਲੀਆ ਫਾਈਨੈਂਸ਼ੀਅਲ ਜਿਹੜਾ ਉਹ ਜ਼ਰੂਰ ਦੇਖਦਾ ਹੈ ਜੀ। ਜੀਟੀ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਕਲੀਅਰ ਤਾਂ ਹੀ ਹੁੰਦਾ ਅਗਰ ਤੁਹਾਡੇ ਡਾਕੂਮੈਂਟ ਜੈਨੂਇਨ ਨੇ ਔਰ ਤੁਹਾਡਾ ਫਾਈਨੈਂਸ਼ੀਅਲ ਸੋਰਸ ਜਿਹੜਾ ਹੈਗਾ ਉਹ ਪ੍ਰੋਪਰ ਹੈਗਾ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬੱਚਾ ਕਹਿੰਦਾ ਨਹੀਂ ਮੈਮ ਮੇਰੇ ਕੋਲ ਫੰਡ ਨਹੀਂ ਹੈਗੇ, ਬਟ ਆਪਾਂ ਇੱਕ ਦਿਨ ਪੁਰਾਣੇ ਫੰਡ ਜਿਹੜੇ ਹੈਗੇ ਸ਼ੋ ਕਰਦੇ ਨੇ, ਕਿਉਂਕਿ ਇਹਦੇ ਵਿੱਚ ਵੀ ਮੇਨ ਉਹ ਇਹ ਦੇਖਦੇ ਕਿ ਸੋਰਸ ਆਫ ਇਨਕਮ ਤੁਹਾਡਾ ਕਿੱਥੋਂ ਆ ਰਿਹਾ। ਬਿਲਕੁਲ ਬਿਲਕੁਲ। ਇਹਦੇ ਵਿੱਚ ਦੇਖੋ ਅਗਰ ਤੁਹਾਡਾ ਤੁਸੀਂ ਲੋਨ ਲੈ ਰਹੇ ਹੋ ਉਹ ਵੀ ਐਕਸੈਪਟੇਬਲ ਹੈਗਾ, ਅਗਰ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਜੈਕਸ਼ਨਸ ਹੈਗੀਆਂ ਨੇ ਉਹ ਵੀ ਮੰਨ ਸਕਦੇ ਆ, ਬਟ ਕਿਤੇ ਨਾ ਕਿਤੇ ਮੈਂ ਇਹੀ ਕਹੂੰਗੀ ਕਿ ਉਹਨਾਂ ਦਾ ਜਿਹੜਾ ਮੇਨ ਮੋਟਿਵ ਹੈ ਉਹ ਤੁਹਾਡੀ ਪ੍ਰੋਫਾਈਲ ਬਿਲਕੁਲ ਕਰੀਮ ਪ੍ਰੋਫਾਈਲਸ ਨੂੰ ਅੱਜਕੱਲ ਜਿਹੜੀ ਆਸਟ੍ਰੇਲੀਆ ਹੈਗੀ ਉਹ ਪ੍ਰੈਫਰੈਂਸ ਦਿੰਦੀ ਆ, ਜਿੰਦੇ ਵਿੱਚ ਗੈਪ ਨਹੀਂ ਹੋਣਾ ਚਾਹੀਦਾ, ਜਿੰਦੇ ਵਿੱਚ ਫੰਡ ਜੈਨੂਇਨ ਹੋਣੇ ਚਾਹੀਦੇ। ਕਿਉਂਕਿ ਹੁਣ ਬਹੁਤ ਸਾਰੇ ਲੈਵਲ 1 ਦੇ ਕਾਲਜਸ ਵੀ ਨੇ ਜਿਹੜੇ ਤੁਹਾਨੂੰ ਗ੍ਰੈਜੂਏਸ਼ਨ ਦੇ ਰਹੇ ਨੇ ਜਾਂ ਮਾਸਟਰ ਦੇ ਰਹੇ ਨੇ, ਉਹਨਾਂ ਦੇ ਵਿੱਚ ਦੇਖੋ ਜਿਹੜੀ ਫੀਸ ਸਟਰਕਚਰ ਆ ਉਹ ਬਹੁਤ ਜ਼ਿਆਦਾ ਲੋ ਹੈਗਾ ਐਜ਼ ਕੰਪੇਅਰ ਟੂ ਯੂਨੀਵਰਸਿਟੀ। ਸੋ ਤੁਸੀਂ ਉੱਥੇ ਵੀ ਆਪਣਾ ਕੇਸ ਫਾਈਲ ਕਰ ਸਕਦੇ ਹੋ, ਬਟ ਦੇਖੋ ਚਾਹੇ ਯੂਨੀਵਰਸਿਟੀ ਆ ਚਾਹੇ ਕਾਲਜ ਹੈਗਾ, ਜੀਟੀ ਦਾ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਮੇਨ ਰਹਿੰਦਾ ਹੈ। ਸੋ ਡਾਕੂਮੈਂਟੇਸ਼ਨ ਦੇ ਵਿੱਚ ਤੁਹਾਡਾ ਕੁਝ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਜਿੰਦੇ ਕਰਕੇ ਤੁਹਾਨੂੰ ਵੀ ਪ੍ਰੋਬਲਮ ਆ ਸਕੇ। ਹਾਂ, ਬਾਕੀ ਜੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਗੈਪ ਹੈਗਾ ਤਾਂ ਪਹਿਲੇ ਦਿਨ ਤੋਂ ਹੀ ਤੁਸੀਂ ਆਪਣੇ ਏਜੰਟ ਨੂੰ ਕਲੀਅਰ ਕਰਕੇ ਚੱਲੋ ਕਿ ਇਹਦੇ ਵਿੱਚ ਮੈਂ ਇੱਕ ਕੋਈ ਵੀ ਕੰਮ ਨਹੀਂ ਕੀਤਾ ਜਾਂ ਮੇਰੇ ਕੋਲ ਕੋਈ ਵਰਕ ਐਕਸਪੀਰੀਅੰਸ ਨਹੀਂ ਆ। ਸੋ ਉਸ ਚੀਜ਼ ਨੂੰ ਆਪਾਂ ਕਿਸ ਤਰੀਕੇ ਨਾਲ ਐਲੈਬੋਰੇਟ ਕਰ ਸਕਦੇ ਹਾਂ ਜਾਂ ਆਪਾਂ ਲਗਾ ਵੀ ਸਕਦੇ ਹਾਂ ਜਾਂ ਨਹੀਂ ਲਗਾ ਸਕਦੇ। ਜੀ 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 ਬਿਲਕੁਲ। ਤੇ ਇੱਕ ਸਵਾਲ ਹਾਲਾਂਕਿ ਮੈਂ ਕਈ ਵਾਰੀ ਸ਼ੋਅ ਦੇ ਵਿੱਚ ਡਿਸਕਸ ਕਰਦੀ ਹਾਂ, ਫਿਰ ਵੀ ਸਾਡੇ ਕੋਲ ਸਟੂਡੈਂਟਸ ਦਾ ਸਵਾਲ ਆਉਂਦਾ ਹੀ ਹੈ ਕਿ ਜਿਵੇਂ ਅਗਰ ਆਪਾਂ ਕਹੀਏ ਕਿ ਹਰਿਆਣਾ ਬੋਰਡ ਨੂੰ ਲੈ ਕੇ ਥੋੜਾ ਸਟ੍ਰਿਕਟ ਨਜ਼ਰ ਆ ਰਿਹਾ ਆਸਟ੍ਰੇਲੀਆ, ਤਾਂ ਕੀ ਫਿਰ ਵੀ ਜਿਹੜੀਆਂ ਅੱਛੀ ਪ੍ਰੋਫਾਈਲਸ ਨੇ ਜਿਨ੍ਹਾਂ ਨੇ ਬਿਲਕੁਲ ਜੈਨੂਇਨ ਆਪਣੇ ਡਾਕੂਮੈਂਟਸ ਲਗਾਏ ਹੈ ਕਿ ਉਹਨਾਂ ਦੇ ਫਾਈਲ ਦੇ ਉੱਪਰ ਪ੍ਰੋਸੈਸਿੰਗ ਟਾਈਮ ਦੇ ਉੱਪਰ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਵੈਰੀਫਿਕੇਸ਼ਨ ਦਾ? ਦੇਖੋ ਮੈਮ ਕੀ ਹੁੰਦਾ ਕਿ ਜਦੋਂ ਵੀ ਆਪਾਂ ਕੇਸ ਫਾਈਲ ਕਰਦੇ ਹਾਂ ਦੈਟ ਟਾਈਮ, ਜਿਵੇਂ ਹੁਣ ਸਪੋਜ਼ ਦੈਟ ਰੀਸੈਂਟ ਪਾਸ ਆਊਟ ਨੇ, ਅਗਰ ਮੇਰੇ ਕੋਲ 2021 ਪਾਸ ਆਊਟ ਕੋਈ ਸਟੂਡੈਂਟ ਆ ਗਿਆ, ਅੱਛੀ ਪ੍ਰੋਫਾਈਲ ਹੈ, ਅੱਛੇ ਉਹਦੇ ਕੋਲ ਮਾਰਕਸ ਨੇ, ਬੈਂਡ ਸਕੋਰ ਅੱਛੇ ਨੇ, ਦੈਨ ਤਾਂ ਦੇਖੋ ਕੋਈ ਪ੍ਰੋਬਲਮ ਨਹੀਂ ਆਏਗੀ ਚਾਹੇ
ਹਰਿਆਣਾ ਬੋਰਡ ਹੀ ਹੈ, ਕਿਉਂਕਿ ਉਹ ਹਰ ਇੱਕ ਸਟੂਡੈਂਟ ਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ, ਕਿਉਂਕਿ ਜੇ ਗੈਪ ਹੁੰਦਾ ਤਾਂ ਫਿਰ ਆਪਾਂ ਸੋਚ ਸਕਦੇ ਕਿ ਉਹ ਹਰ ਇੱਕ ਚੀਜ਼ ਨੂੰ ਦੇਖਦੇ ਆ ਆਪਣੇ ਐਂਗਲ ਤੋਂ। ਸੋ ਅਗਰ ਰੀਸੈਂਟ ਪਾਸ ਆਊਟ ਸਟੂਡੈਂਟਸ ਹੈਗੇ ਨੇ, ਉਹਨਾਂ ਦੇ ਕੋਲ ਜਿਹੜਾ ਬੈਂਡ ਸਕੋਰ ਹੈਗੇ ਨੇ, ਸੋ ਉਹਨਾਂ ਦੇ ਬਿਹਾਫ ਤੇ ਆਪਾਂ ਈਜ਼ੀਲੀ ਪ੍ਰੋਸੀਡ ਕਰਕੇ ਵੀਜ਼ਾ ਲੈ ਸਕਦੇ ਹਾਂ। ਜੀ ਬਿਲਕੁਲ, ਤੇ ਕਿਉਂਕਿ ਆਪਾਂ ਪਹਿਲਾਂ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਕਲੀਅਰ ਕਰ ਚੁੱਕੇ ਹਾਂ ਕਿ ਦੋਵਾਂ ਦਾ ਗ੍ਰੈਜੂਏਟ ਹੋਣਾ ਬਹੁਤ ਜ਼ਰੂਰੀ ਹੈ ਆਸਟ੍ਰੇਲੀਆ ਅਗਰ ਸਪਾਊਸ ਵੀਜ਼ਾ ਲਈ ਤੁਸੀਂ ਅਪਲਾਈ ਕਰ ਰਹੇ ਹੋ। ਤੇ ਨਾਲ ਦੀ ਨਾਲ ਦੇਖੋ, ਜਦ ਸਾਨੂੰ ਪਤਾ ਹੈ ਕਿ ਅਸੀਂ ਦੂਸਰੀ ਕੰਟਰੀ ਜਾ ਰਹੇ ਹਾਂ, ਸਾਨੂੰ ਇੰਗਲਿਸ਼ ਬੋਲਣੀ ਹੀ ਪਏਗੀ, ਤਾਂ ਸਾਨੂੰ ਆਪਣਾ ਆਇਲ ਸਕੋਰ ਵੀ ਜੋ ਹੈ, ਜੋ ਡਿਜ਼ਾਇਰਡ ਆਇਲ ਸਕੋਰ ਹੈ, ਉਹ ਅਚੀਵ ਕਰ ਲੈਣਾ ਚਾਹੀਦਾ ਹੈ। ਪਰ ਸਵਾਲ ਇੱਥੇ ਉਹਨਾਂ ਸਟੂਡੈਂਟਸ ਦਾ ਆ ਜਾਂਦਾ ਜੋ ਬਾਰ-ਬਾਰ 2 ਵਾਰ 3 ਵਾਰ ਵੀ ਨਹੀਂ ਕਰਕੇ ਉਹਨਾਂ ਦਾ ਨਹੀਂ ਡਿਜ਼ਾਇਰਡ ਸਕੋਰ ਆ ਪਾਉਂਦਾ, ਉਹ ਕੀ ਕਰਨ, ਕੀ ਡਿਸੀਜਨ ਲੈਣ? ਬਿਲਕੁਲ ਜੀ, ਹੁਣ ਦੇਖੋ ਆਸਟ੍ਰੇਲੀਆ ਦੀ ਹੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਕਾਲਜਸ ਇਦਾਂ ਦੇ ਨੇ ਜਿਨ੍ਹਾਂ ਦੀ ਕੀ ਰਿਕੁਆਇਰਮੈਂਟ ਹੈ ਕਿ ਅਗਰ ਬੱਚਾ ਰੀਸੈਂਟ ਪਾਸ ਆਊਟ ਹੈ, ਜੀ ਲਾਈਕ 20 ਜਾਂ 21 ਪਾਸ ਆਊਟ ਹੈਗੇ ਨੇ, ਹੁਣ ਤਾਂ ਚਲੋ 22 ਵੀ ਆ ਜਾਣਗੇ ਹੋਰ 1 ਮਹੀਨੇ ਤੱਕ, ਬਿਲਕੁਲ, ਤਾਂ ਉਹਨਾਂ ਦੇ ਲਈ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਸਿਰਫ 5.5 ਨਾਟ ਲੈਸ ਦੈਨ 5 ਬੈਂਡ। ਦੈਟ ਮੀਨਸ ਕਿ ਅਗਰ ਉਹਨਾਂ ਸਟੂਡੈਂਟਸ ਦੇ ਕੋਲ 5.5 ਨਾਟ ਲੈਸ ਦੈਨ 5 ਬੈਂਡ ਹੈਗੇ ਨੇ ਤਾਂ ਉਹ ਆਪਣੇ ਗੈਪ ਨੂੰ ਨਾ ਵਧਾਉਣ। ਇਸ ਤੋਂ ਚੰਗਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਪਣਾ ਕੇਸ ਫਾਈਲ ਕਰਕੇ ਵੀਜ਼ਾ ਲੈ ਸਕਦੇ ਨੇ। ਹੁਣ ਕੁਝ ਕਾਲਜਸ ਇਦਾਂ ਦੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਜੇ ਲਾਈਕ 19 ਪਾਸ ਆਊਟ ਸੀ, 18 ਪਾਸ ਆਊਟ ਸੀ, ਉਹਨਾਂ ਦੇ ਬੈਂਡ ਸਕੋਰ ਦੀ ਰਿਕੁਆਇਰਮੈਂਟ ਜ਼ਿਆਦਾ ਹੈਗੀ ਹੈ ਐਜ਼ ਕੰਪੇਅਰ ਟੂ ਰੀਸੈਂਟ ਪਾਸ ਆਊਟ। ਸੋ ਕਿਤੇ ਨਾ ਕਿਤੇ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਜਿਹੜਾ ਹੈਗਾ ਬਹੁਤ ਫਰਕ ਪੈਂਦਾ ਹੈ। ਜੀ, ਸੋ ਕਾਲਰਸ ਲਗਾਤਾਰ ਜੁੜ ਰਹੇ ਨੇ, ਪਹਿਲਾਂ ਮੈਂ ਕਾਲਸ ਕੁਝ ਰਿਸੀਵ ਨਹੀਂ ਕਰ ਸਕੀ ਸੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਮੈਂ ਰਜੇਸ਼ ਗੱਲ ਕਰ ਰਿਹਾ ਜੀ, ਮੋਗਾ ਤੋਂ। ਹਾਂਜੀ ਰਾਜੇਸ਼ ਜੀ, ਕੀ ਸਵਾਲ ਹੈ? ਮੈਡਮ ਮੈਂ ਯੂਕੇ ਦੇ ਸਟੱਡੀ ਕੇਸ ਬਾਰੇ ਨਾ, ਸਪਾਊਸ ਬਾਰੇ ਪੁੱਛਣਾ ਚਾਹੁੰਦਾ ਸੀ ਜੀ। ਜੀ ਪ੍ਰੋਫਾਈਲ ਦੱਸ ਦਿਓ ਆਪਣਾ। ਮੈਂ ਬੀਟੈਕ ਕੀਤੀ ਹੈ 2017 ਦੇ ਵਿੱਚ ਜੀ, ਤੇ ਉਸ ਤੋਂ ਬਾਅਦ ਨਾ ਕੰਟੀਨਿਊਸਲੀ ਵਰਕ ਐਕਸਪੀਰੀਅੰਸ ਹੈ। ਠੀਕ ਔਰ ਹੈ, ਮੈਂ ਨਾ ਆਈਲੈਟਸ ਪੀਟੀ ਵਗੈਰਾ ਕੀਤੀ ਹੈ, ਬਟ ਉਹ ਚ ਬੈਂਡਸ ਨਹੀਂ ਆ ਰਹੇ, 5 5.5 ਹੀ ਰਹੀ ਆ ਰਿਹਾ। ਓਕੇ, ਤੇ ਪਹਿਲੇ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਯੂਕੇ ਲਈ ਨਾ ਡਲਿੰਗੋ ਵੀ ਵੈਲਿਡ ਹੈ। ਹਾਂਜੀ ਮੈਂ ਹਾਂਜੀ, ਪੁੱਛਣਾ ਚਾਹੁੰਦਾ ਸੀ ਕਿ ਡਲਿੰਗੋ ਦੇ ਕੇ ਮੇਰਾ ਹੋ ਜਾਊਗਾ? ਓਕੇ ਜੀ, ਬਿਲਕੁਲ ਜੀ, ਦੇਖੋ ਅਗਰ ਆਪਾਂ ਗੱਲ ਕਰੀਏ ਪ੍ਰੋਫਾਈਲ ਦੇ ਅਕੋਰਡਿੰਗ, ਖਾਸ ਤੌਰ ਤੇ ਯੂਕੇ ਦੇ ਵਿੱਚ, ਦੇਖੋ ਯੂਕੇ ਦਾ ਜਿੱਦਾਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀ ਕਿ ਜਸਟ ਐਡਮਿਸ਼ਨ ਕ੍ਰਾਈਟੇਰੀਆ ਹੁੰਦਾ ਹੈ ਕਿ ਉਹਨਾਂ ਨੂੰ ਡਲਿੰਗੋ ਚਾਹੀਦਾ ਹੈ ਜਾਂ ਉਹਨਾਂ ਨੂੰ ਪੀਟੀ ਚਾਹੀਦਾ ਹੈ ਜਾਂ ਉਹਨਾਂ ਨੂੰ ਆਇਲਸ ਚਾਹੀਦਾ ਹੈ। ਸੋ ਅਗਰ ਤੁਸੀਂ ਦੁਬਾਰਾ ਐਗਜ਼ਾਮ ਦੇ ਰਹੇ ਹੋ, ਪੀਟੀ ਦਾ ਦੇ ਰਹੇ ਹੋ, ਆਇਲਸ ਦਾ ਦੇ ਰਹੇ ਹੋ, ਨਹੀਂ ਬੈਂਡ ਸਕੋਰ ਇੰਪਰੂਵ ਹੋ ਰਿਹਾ, ਤਾਂ ਗੋ ਫॉर ਡਲਿੰਗੋ ਟੈਸਟ, ਕਿਉਂਕਿ ਡਲਿੰਗੋ ਵੀ ਇੱਕ ਇੰਗਲਿਸ਼ ਦਾ ਟੈਸਟ ਹੀ ਹੈ ਜੀ, ਜਿਹੜਾ ਕਿ ਯੂਕੇ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਸੈਪਟ ਕਰਦੀਆਂ ਨੇ। ਤਾਂ ਇਦਾਂ ਦਾ ਕੋਈ ਇਸ਼ੂ ਨਹੀਂ ਹੈ, ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਸਭ ਤੋਂ ਬੈਸਟ ਆਪਸ਼ਨ ਹੈਗੀ ਆ ਯੂਕੇ ਦੇ ਵਿੱਚ ਇਸ ਟਾਈਮ ਤੇ, ਕਿਉਂਕਿ ਯੂਕੇ ਦਾ ਜੋ ਇਸ ਟਾਈਮ ਤੇ ਇਨਟੇਕ ਆ ਰਿਹਾ ਅਗਸਤ ਸਤੰਬਰ ਇਨਟੇਕ ਹੈਗਾ ਜੀ, ਉਹਦੇ ਵਿੱਚ ਅਗਰ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਡਲਿੰਗੋ ਦਾ ਐਗਜ਼ਾਮ ਵੀ ਬਹੁਤ ਈਜ਼ੀ ਹੈਗਾ ਔਰ ਇਹਦੇ ਲਈ ਕੋਈ ਰਿਜ਼ਲਟ ਦੀ ਵੀ ਬਹੁਤ ਜ਼ਿਆਦਾ ਲੰਬੇ ਟਾਈਮ ਲਈ ਵੇਟ ਨਹੀਂ ਕਰਨੀ ਪੈਂਦੀ। ਸੋ ਇਸ ਕਰਕੇ ਕਹੂੰਗੀ ਕਿ ਜਿਨ੍ਹਾਂ ਸਟੂਡੈਂਟ ਦੇ ਬੈਂਡ ਨਹੀਂ ਆ ਪਾ ਰਹੇ ਜਾਂ ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ, ਆਸਟ੍ਰੇਲੀਆ ਜਾਂ ਅਦਰ ਕੰਟਰੀਜ਼ ਤੋਂ ਰਿਫਿਊਜ਼ ਨੇ, ਉਹਨਾਂ ਦੇ ਕੋਲ ਆਇਲਸ ਸਕੋਰ ਹੈਗਾ, ਤਾਂ ਆਪਣਾ ਕੇਸ ਯੂਕੇ ਦੇ ਵਿੱਚ ਲਗਾ ਕੇ ਆਪਣਾ ਵੀਜ਼ਾ ਲੈ ਸਕਦੇ ਨੇ। ਯੂਕੇ ਵੀ ਬਹੁਤ ਆਪਸ਼ਨਸ ਦੇ ਰਿਹਾ ਅਗਰ ਤੁਸੀਂ ਸਹੀ ਤਰੀਕੇ ਨਾਲ ਆਪਣੀ ਫਾਈਲ ਨੂੰ ਅਪਲੋਡ ਕਰ ਰਹੇ ਹੋ, ਉੱਥੇ ਵਰਕ ਪਰਮਿਟ ਦੀਆਂ ਆਪਸ਼ਨਸ ਵੀ ਨੇ। ਤਾਂ ਆਪਾਂ ਦੇਖ ਸਕਦੇ ਹਾਂ ਕਿ ਅਗਰ ਦੇਖੋ ਮੇਨ ਆਪਣਾ ਮੋਟਿਵ ਹੀ ਇਹ ਹੈਗਾ ਕਿ ਆਪਾਂ ਬਾਹਰ ਸੈਟਲ ਹੋਣਾ ਹੈ, ਤਾਂ ਕਿਉਂ ਨਹੀਂ, ਅਗਰ ਦੂਸਰੀਆਂ ਕੰਟਰੀਆਂ ਤੋਂ ਰਿਫਿਊਜ਼ਲ ਲੈ ਕੇ ਅੱਕ ਚੁੱਕੇ ਹਾਂ ਤਾਂ ਹੁਣ ਯੂਕੇ ਦੇ ਵਿੱਚ ਕੇਸ ਫਾਈਲ ਕਰਕੇ ਆਪਾਂ ਕਮ ਸੇ ਕਮ ਵੀਜ਼ਾ ਲੈ ਕੇ ਤਾਂ ਉੱਥੇ ਬੈਠ ਸਕਦੇ ਹਾਂ। ਜੀ 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 ਬਿਲਕੁਲ, ਇਹ ਜਿਹੜੇ ਕਾਲਰ ਸੀ ਇਹਨਾਂ ਨੇ ਸਪਾਊਸ ਵੀਜ਼ਾ ਨੂੰ ਲੈ ਕੇ ਇਹਨਾਂ ਦਾ ਸਵਾਲ ਸੀ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਉਹਨਾਂ ਆਪਾਂ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਦੱਸ ਦਈਏ, ਕਿਉਂਕਿ ਜਿਵੇਂ ਆਸਟ੍ਰੇਲੀਆ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਗ੍ਰੈਜੂਏਟ ਹੋਣਗੇ ਤਾਂ ਹੀ ਜਾ ਸਕਦੇ, ਲੇਕਿਨ ਯੂਕੇ ਦੇ ਵਿੱਚ +2 ਤੋਂ ਬਾਅਦ ਵੀ ਸਪਾਊਸ ਵੀਜ਼ਾ ਲਈ ਯੂਕੇ ਦੇ ਵਿੱਚ ਐਸ ਸੱਚ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਤੁਹਾਡਾ ਸਪਾਊਸ ਜਿਹੜਾ ਉਹ ਗ੍ਰੈਜੂਏਟ ਹੋਣਾ ਹੀ ਚਾਹੀਦਾ ਹੈ। ਅਗਰ ਤੁਹਾਡੇ ਸਪਾਊਸ ਕੋਲ +2 ਹੈਗੀ ਆ ਤੇ ਤੁਸੀਂ ਉਹਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ, ਬਸ ਮੇਨ ਐਪਲੀਕੈਂਟ ਜਿਹੜਾ ਹੈਗਾ ਉਹ ਗ੍ਰੈਜੂਏਟ ਹੋਵੇ। ਔਰ ਇੱਥੇ ਮੈਂ ਪਹਿਲਾਂ ਵੀ ਜਿੱਦਾਂ ਡਿਸਕਸ ਕਰ ਚੁੱਕੀ ਹਾਂ ਕਿ ਅਗਰ ਤੁਸੀਂ ਯੂਕੇ ਦਾ ਪਲਾਨ ਬਣਾ ਰਹੇ ਹੋ, ਤੁਹਾਡੇ ਆਇਲਸ ਦੇ ਸਕੋਰ ਘੱਟ ਹੈਗੇ ਨੇ ਜਾਂ ਡਲਿੰਗੋ ਪੀਟੀ ਕੀਤੀ ਹੈ, ਤਾਂ ਤੁਸੀਂ ਇੱਕ ਵਾਰੀ ਆਫਿਸ ਆਓ, ਮੈਂ ਆਲ ਪੇਮੈਂਟ ਆਫਟਰ ਵੀਜ਼ਾ ਦੀਆਂ ਆਪਸ਼ਨਸ ਵੀ ਤੁਹਾਡੇ ਅੱਗੇ ਰੱਖ ਸਕਦੀ। ਜੀ 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 ਬਿਲਕੁਲ, ਤੁਹਾਨੂੰ ਦੱਸ ਦਈਏ ਕਿ ਵਰਲਡ ਇਮੀਗ੍ਰੇਸ਼ਨ ਨੈਟਵਰਕ ਦਾ ਆਫਿਸ ਮੋਹਾਲੀ ਵਿੱਚ ਸੈਕਟਰ 3B2 ਦੇ ਵਿੱਚ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਕਰ ਸਕਦੇ ਹੋ, ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਆਇਆ ਕਰੋ ਤਾਂ ਕਿ ਟਾਈਮਲੀ ਸਹੀ ਡਿਸੀਜਨ ਲੈਂਦੇ ਹੋਏ ਤੁਸੀਂ ਅੱਗੇ ਵੱਧ ਸਕੋ, ਆਪਣੀ ਫਾਈਲ ਜੋ ਹੈ ਪ੍ਰੋਸੀਡ ਕਰ ਸਕੋ, ਕਿਉਂਕਿ ਪ੍ਰੋਸੈਸਿੰਗ ਟਾਈਮ ਵੀ ਅਸੀਂ ਸੁਣਿਆ ਕਿ ਅਗਰ ਆਸਟ੍ਰੇਲੀਆ ਦੀ ਗੱਲ ਕਰੀਏ ਪ੍ਰੋਸੈਸਿੰਗ ਟਾਈਮ ਵੀ ਕਾਫੀ ਜ਼ਿਆਦਾ ਜੋ ਹੈ ਚੱਲ ਰਿਹਾ, ਤਾਂ ਫਿਰ ਸਟੂਡੈਂਟਸ ਬਿਲਕੁਲ, ਕਿਉਂਕਿ ਦੇਖੋ ਅਗਰ ਆਪਾਂ ਇਨਟੇਕ ਨੂੰ ਲੈ ਕੇ ਗੱਲ ਕਰੀਏ, ਅਗਰ ਮੈਂ ਕਹਾਂ ਕਿ ਹਾਂਜੀ ਨੈਕਸਟ ਮੰਥ ਦਾ ਇਨਟੇਕ ਮੈਨੂੰ ਮਿਲ ਜੇ, ਤਾਂ ਉਹ ਚੀਜ਼ਾਂ ਹੁਣ ਪੋਸੀਬਲ ਨਹੀਂ ਹੋ ਪਾ ਰਹੀਆਂ ਕਿਉਂਕਿ ਟਾਈਮ ਬਹੁਤ ਲੱਗ ਰਿਹਾ ਹੈ। ਅਗਰ ਆਪਾਂ ਨਾਰਮਲ ਯੂਨੀਵਰਸਿਟੀ ਨੂੰ ਦੇਖੇ ਚੱਲੀਏ ਤਾਂ ਉੱਥੇ ਜੀਟੀ ਕਲੀਅਰ ਹੋਣ ਤੇ ਹੀ ਬਹੁਤ ਟਾਈਮ ਲੱਗ ਰਿਹਾ। ਸੋ ਕਦੇ ਵੀ ਇਸ ਚੀਜ਼ ਨੂੰ ਇੰਨਾ ਲਾਈਟਲੀ ਨਾ ਲਓ ਕਿ ਮੇਰੇ ਕੋਲ 2 ਮਹੀਨੇ ਹੈਗੇ ਆ, ਮੈਂ ਫਿਰ ਕੇਸ ਫਾਈਲ ਕਰ ਲੂੰਗਾ। ਅਗਰ ਤੁਸੀਂ ਸੋਚਿਆ ਹੀ ਹੋਇਆ ਕਿ ਬਾਹਰ ਜਾਣਾ, ਤਾਂ ਇਸ ਚੀਜ਼ ਤੇ ਟਾਈਮ ਨਾ ਵੇਸਟ ਕਰੋ ਕਿ ਪਹਿਲਾਂ ਮੈਂ ਸਰਚ ਆਊਟ ਕਰੂੰਗਾ ਫਿਰ ਅਪਲਾਈ ਕਰੂੰਗਾ, ਕਿਉਂਕਿ ਕੈਨੇਡਾ ਨੂੰ ਲੈ ਕੇ ਗੱਲ ਕਰੋ ਤਾਂ ਸਤੰਬਰ ਦੇ ਵਿੱਚ ਬਹੁਤ ਘੱਟ ਸੀਟਸ ਅਵੇਲੇਬਲ ਹੈਗੀਆਂ ਨੇ। ਯੂਕੇ ਦੇ ਵਿੱਚ ਵੀ ਸਤੰਬਰ ਇਨਟੇਕ ਹੈਗਾ, ਹਾਂਜੀ ਇਸ ਟਾਈਮ ਤੇ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਜੁਲਾਈ ਇਨਟੇਕ ਮਿਲ ਸਕਦਾ ਜੀ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਹੈਲੋ
ਆਈ ਥਿੰਕ ਕਾਲ ਕੱਟ ਚੁੱਕੀ। ਚਲੋ ਤੁਸੀਂ ਕਮਿੰਗ ਇਨਟੇਕ ਦੀ ਜਦ ਆਪਾਂ ਗੱਲ ਕਰ ਰਹੇ ਹਾਂ ਤਾਂ ਜਿਵੇਂ ਆਪਾਂ ਕਹੀਏ ਕਿ ਹੁਣ ਟਾਈਮ ਬਹੁਤ ਘੱਟ ਹੈ, ਪਰ ਇਸ ਘੱਟ ਟਾਈਮ ਦੇ ਵਿੱਚ ਕਿਹੜੀਆਂ ਐਸੀਆਂ ਪ੍ਰੋਫਾਈਲ ਨੂੰ ਤੁਸੀਂ ਸੁਜੈਸਟ ਕਰਦੇ ਹੋ ਕਿ ਹਲੇ ਵੀ ਉਹਨਾਂ ਕੋਲ ਮੌਕਾ ਹੈ, ਅਗਰ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਸੀਟ ਮਿਲ ਜਾਏਗੀ? ਬਿਲਕੁਲ, ਦੇਖੋ ਹੁਣ ਮੋਸਟਲੀ ਮੈਂ ਉਹਨਾਂ ਸਟੂਡੈਂਟਸ ਦੀ ਗੱਲ ਕਰਦੀ ਹਾਂ ਜਿਹੜੇ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ, ਅਗਰ ਗੈਪ ਹੈਗਾ ਪ੍ਰੋਫਾਈਲ ਦੇ ਵਿੱਚ, ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਇਹ ਇਸ ਟਾਈਮ ਤੇ ਬਹੁਤ ਅੱਛੀ ਆਪਸ਼ਨ ਹੈ, ਕਿਉਂਕਿ ਆਪਾਂ ਨੂੰ ਨਹੀਂ ਪਤਾ ਯੂਕੇ ਕਦ ਤੱਕ ਤੁਹਾਨੂੰ ਵੀਜ਼ਾ ਦੇ ਰਿਹਾ ਹੈ ਨਹੀਂ ਦੇ ਰਿਹਾ। ਯੂਕੇ ਦਾ ਜੋ ਸਟੱਡੀ ਵੀਜ਼ਾ ਦਾ ਕ੍ਰਾਈਟੇਰੀਆ ਉਹ ਆਪਾਂ ਨੂੰ ਵੀ ਪਤਾ ਕਿ ਕੁਝ ਟਾਈਮ ਬਾਅਦ ਬੰਦ ਹੋ ਜਾਂਦਾ ਹੈ। ਸੋ ਅਗਰ ਦੇਖੋ ਤੁਹਾਡਾ ਗੈਪ ਹੈਗਾ ਸਟੱਡੀ ਦੇ ਵਿੱਚ, ਬੈਂਡ ਸਕੋਰ ਘੱਟ ਆ, ਤਾਂ ਇਸ ਟਾਈਮ ਤੇ ਜੋ ਸਭ ਤੋਂ ਵਧੀਆ ਕੰਟਰੀ ਹੈਗੀ ਜਿੱਥੇ ਤੁਸੀਂ ਇਹ ਕਹਿ ਸਕਦੇ ਆ ਕਿ ਆਰਾਮ ਨਾਲ ਆਪਣਾ ਵੀਜ਼ਾ ਲੈ ਕੇ ਚੱਲ ਸਕਦੇ ਹੋ, ਯੂਕੇ ਹੈਗੀ ਆ। ਸੋ ਇਦੋਂ ਜ਼ਿਆਦਾ ਗੈਪ ਨਾ ਪਾਓ, ਅਗਰ ਤੁਸੀਂ ਬਾਹਰ ਜਾ ਕੇ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਯੂਕੇ ਦੇ ਵਿੱਚ ਕੇਸ ਫਾਈਲ ਕਰ ਸਕਦੇ ਹੋ। ਜੀ ਬਿਲਕੁਲ। ਸੋ ਅਗਲੇ ਕਾਲਰ ਨੇ ਜਿਹੜੇ ਉਹਨਾਂ ਨਾਲ ਗੱਲ ਕਰ ਲੈਣੇ, ਸਵਾਲ ਪੁੱਛਦੇ ਉਹਨਾਂ ਦਾ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਮੁਕੇਸ਼ ਗੱਲ ਕਰ ਰਿਹਾ ਜੀ। ਹਾਂਜੀ ਜੀ ਮੁਕੇਸ਼ ਜੀ, ਸਵਾਲ ਕੀ ਹੈ ਤੁਹਾਡਾ? ਮੈਂ ਕੈਨੇਡਾ ਸਟੱਡੀ ਵਾਸਤੇ ਪਤਾ ਕਰਨਾ ਸੀਗਾ ਜੀ। 2021 ਦੇ ਵਿੱਚ +2 ਕੀਤੀ ਹੈ ਮੈਡਮ। ਓਕੇ, ਹਾਂਜੀ ਮੈਮ, ਅਤੇ ਉਹਦੇ ਵਿੱਚ ਮੇਰੇ ਬੈਂਡ ਹੈ ਜੀ ਓਵਰਆਲ 6.5, ਮੋਡਿਊਲ ਚ 5.5 ਨੇ ਜੀ। ਓਕੇ, ਠੀਕ ਹੈ। ਪਰਸੈਂਟੇਜ ਕਿੰਨੀ ਹੈ ਤੁਹਾਡੀ +2 ਵਿੱਚ? ਪਰਸੈਂਟੇਜ 71% ਜੀ। 71%। ਕੋਈ ਲੋਕੇਸ਼ਨ ਦੀ ਪ੍ਰੈਫਰੈਂਸ ਹੈਗੀ ਸਰ ਤੁਹਾਡੀ? ਮੈਮ ਜਿੱਥੇ ਵੀ ਪੀਆਰ ਤੁਹਾਨੂੰ ਉਹ ਲੱਗਦਾ ਵੀ ਜਲਦੀ ਹੋ ਜਾਏ ਜੀ, ਬਸ ਪੀਆਰ ਵਾਸਤੇ ਦੇਖ ਲਓ, ਕੋਈ ਵੀ ਮੇਰੀ ਪ੍ਰੈਫਰੈਂਸ ਕੋਈ ਨਹੀਂ ਹੈ ਜੀ। ਠੀਕ ਹੈ ਜੀ, ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਬਹੁਤ ਰੇਅਰ ਸਟੂਡੈਂਟ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਮੈਡਮ ਕਿਤੇ ਵੀ ਕਰਾ ਦਿਓ, ਅਦਰਵਾਈਜ਼ ਮੋਸਟਲੀ ਇਹੀ ਕਹਿੰਦੇ ਆ ਜੀ ਮੇਰਾ ਰਿਸ਼ਤੇਦਾਰ ਉੱਥੇ ਆ, ਮੇਰਾ ਫਰੈਂਡ ਸਰਕਲ ਉੱਥੇ ਆ ਤਾਂ ਮੈਨੂੰ ਈਜ਼ੀ ਹੋ ਜਾਊਗਾ। ਨੋ ਡਾਊਟ ਆਪਾਂ ਮੰਨ ਸਕਦੇ ਆ, ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਜਿਹੜੀ ਸਪੋਰਟ ਮਿਲਦੀ ਆ ਅੱਗੇ ਜਾ ਕੇ ਉਹ ਵੀ ਬਹੁਤ ਇੰਪੋਰਟੈਂਟ ਹੁੰਦੀ ਆ। ਬਟ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਜੇ ਆਪਣੀ ਪ੍ਰੋਫਾਈਲ ਦੇ ਵਿੱਚ ਆਪਾਂ ਨੂੰ ਕਿਸੇ ਪਾਸੋਂ ਥੋੜੀ ਜਿਹੀ ਵੀ ਲੱਗ ਰਹੀ ਹੈ ਕਿ ਕਮੀ ਹੈਗੀ ਆ ਤਾਂ ਆਪਣੀ ਲੋਕੇਸ਼ਨ ਨੂੰ ਸਵਿਚ ਜ਼ਰੂਰ ਕਰੋ। ਤਾਂ ਮੈਂ ਦੀ ਪ੍ਰੋਫਾਈਲ ਦੇ ਅਕੋਰਡਿੰਗ ਇਹਨਾਂ ਨੂੰ ਇਹੀ ਰეკਮੈਂਡ ਕਰੂੰਗੀ, ਬਾਕੀ ਸਭ ਓਕੇ ਹੈਗਾ। ਲੋਕੇਸ਼ਨ ਦੀ ਪ੍ਰੈਫਰੈਂਸ ਨਹੀਂ ਰੱਖ ਰਹੇ ਤਾਂ ਤੁਸੀਂ ਨਿਊ ਬਨਸਵਿਕ ਵਾਲੀ ਸਾਈਡ ਆਪਣਾ ਕੇਸ ਫਾਈਲ ਕਰਕੇ ਵੀਜ਼ਾ ਲੈ ਸਕਦੇ ਹੋ। ਉੱਥੇ ਬਹੁਤ ਸਾਰੇ ਗਵਰਨਮੈਂਟ ਕਾਲਜਸ ਨੇ, ਕਿਉਂਕਿ ਕਈ ਵਾਰੀ ਕੀ ਹੁੰਦਾ ਜੀ 6 ਓਵਰ ਹੈਗੇ ਨਾਟ ਲੈਸ ਦੈਨ 5.5 ਸਾਨੂੰ ਪ੍ਰਾਈਵੇਟ ਕਾਲਜ ਮਿਲ ਰਿਹਾ ਹੈ ਜਿੰਦੇ ਚ ਵਰਕ ਪਰਮਿਟ ਨਹੀਂ ਹੈਗਾ, ਬਟ ਇਹਨਾਂ ਪ੍ਰੋਫਾਈਲਸ ਦੇ ਅਕੋਰਡਿੰਗ ਆਪਣੇ ਕੋਲ ਬਹੁਤ ਅੱਛੇ ਕਾਲਜਸ ਹੈਗੇ ਆ ਜਿਨ੍ਹਾਂ ਦੇ ਵਿੱਚ ਆਫਟਰ ਸਟੱਡੀ ਵਰਕ ਰਾਈਟਸ ਵੀ ਹੈਗੇ ਆ। ਸੋ ਉਹਨਾਂ ਕਾਲਜਸ ਦੇ ਵਿੱਚ ਤੁਸੀਂ ਆਪਣਾ ਕੇਸ ਫਾਈਲ ਕਰਕੇ ਵੀਜ਼ਾ ਲੈ ਸਕਦੇ ਹੋ। ਜੀ ਬਿਲਕੁਲ, ਜਿਵੇਂ ਮੁਕੇਸ਼ ਸੀ ਸਾਡੇ ਕਾਲਰ, ਇਹਨਾਂ ਨੇ ਬਹੁਤ ਵਧੀਆ ਸਵਾਲ ਕੀਤਾ। ਇਸੇ ਨਾਲ ਮੈਂ ਜੁੜਿਆ ਸਵਾਲ ਮੈਂ ਵੀ ਕਰਨਾ ਚਾਹੂੰਗੀ ਕਿ ਕਿਸ ਤਰੀਕੇ ਨਾਲ, ਕਿਉਂਕਿ ਪੀਆਰ ਨੂੰ ਲੈ ਕੇ ਤਾਂ ਸਭ ਦਾ ਮੇਨ ਮੋਟਿਵ ਇਹ ਹੁੰਦਾ ਕਿ ਅਸੀਂ ਸਟੱਡੀ ਵੀਜ਼ਾ ਤੇ ਚੱਲ ਰਹੇ, ਕੱਲ ਨੂੰ ਸਾਨੂੰ ਪੀਆਰ ਨੂੰ ਲੈ ਕੇ ਦਿੱਕਤ ਨਾ ਆਵੇ। ਕਿਹੜੀ ਸਾਈਡ ਤੇ ਆਪਾਂ ਬੋਲ ਸਕਦੇ ਹਾਂ ਵੀ ਉੱਥੇ ਜਾਂਦੇ ਆ, ਫਲਾਣੀ ਥਾਂ ਜਾਂਦੇ ਆ ਤਾਂ ਪੀਆਰ ਸੌਖਾ ਹੈ, ਜਾਂ ਫਲਾਣੀ ਥਾਂ ਜਾਂਦੇ ਆ ਤਾਂ ਪੀਆਰ ਚ ਥੋੜਾ ਔਖਾ ਹੋ ਜਾਂਦਾ ਪ੍ਰੋਸੈਸ? ਬਿਲਕੁਲ, ਹੁਣ ਦੇਖੋ ਪੀਆਰ ਦਾ ਜੋ ਪ੍ਰੋਸੈਸ ਹੈਗਾ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗੀ ਜਿੱਥੇ ਲੋਕਾਂ ਨੂੰ ਔਖਾ ਲੱਗਦਾ, ਲਾਈਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਗਿਆ ਜਾਂ ਫਿਰ ਉਸ ਤੋਂ ਇਲਾਵਾ ਓਨਟਾਰੀਓ ਦੇ ਵਿੱਚ ਹੋ ਗਿਆ। ਇੱਥੇ ਜਿਹੜਾ ਪੀਆਰ ਲੈਣਾ ਹੈ ਥੋੜਾ ਡਿਫਿਕਲਟ ਹੈਗਾ। ਇੱਥੇ ਸਟੂਡੈਂਟ ਜਿਹੜੇ ਜਾਂਦੇ ਨੇ ਉਹ ਸਟੱਡੀ ਕਰਦੇ ਨੇ, ਆਫਟਰ ਦੈਟ ਉਹ ਕਿਤੇ ਨਾ ਕਿਤੇ ਮੂਵ ਔਨ ਹੋ ਜਾਂਦੇ ਨੇ, ਹੈਨਾ। ਉਹੀ ਰੀਜ਼ਨ ਹੁੰਦਾ ਕਿ ਉਹਨਾਂ ਨੂੰ ਚਾਹੀਦਾ ਹੁੰਦਾ ਕਿ 5 ਸਾਲ ਦੇ ਅੰਡਰ ਉਹ ਪੀਆਰ ਹੋ ਜਾਣ ਤਾਂ ਕਿ ਜਿਹੜਾ ਫਿਊਚਰ ਹੈਗਾ ਉਹ ਸਿਕਿਉਰ ਹੋ ਸਕੇ। ਸੋ ਉਸ ਤੋਂ ਇਲਾਵਾ ਅਗਰ ਆਪਾਂ ਇਹ ਗੱਲ ਕਰੀਏ ਕਿ ਕਿੱਥੇ ਜਾ ਕੇ ਆਪਾਂ ਨੂੰ ਪੀਆਰ ਈਜ਼ੀਲੀ ਮਿਲ ਸਕਦੀ ਹੈ ਤਾਂ ਮੈਂ ਅਟਲਾਂਟਿਕ ਸਾਈਡ ਦੀ ਗੱਲ ਕਰੂੰਗੀ, ਲਾਈਕ ਜਿੱਥੇ ਨੋਵਾ ਸਕੋਸ਼ੀਆ ਹੋ ਗਿਆ, ਨਿਊ ਬਨਸਵਿਕ ਹੋ ਗਿਆ, ਨਿਊ ਫਾਊਂਡਲੈਂਡ ਲੈਬਰਾਡੋਰ ਹੋ ਗਿਆ ਜਾਂ ਪ੍ਰਿੰਸ ਐਡਵਰਡ ਆਈਲੈਂਡ ਹੋ ਗਿਆ। ਇਹ 4 ਪ੍ਰੋਵਿੰਸਿਸ ਇਦਾਂ ਦੀਆਂ ਨੇ ਜਿੱਥੇ ਕਿ ਤੁਸੀਂ ਈਜ਼ੀਲੀ ਪੀਆਰ ਲੈ ਸਕਦੇ ਹੋ। ਦੇਖੋ ਕਲਾਈਮੇਟ ਦਾ ਡਿਫਰੈਂਸ ਤਾਂ ਹੈਗਾ ਐਸ ਕੰਪੇਅਰ ਟੂ ਅਦਰ, ਬਟ ਬੈਨੀਫਿਟ ਵੀ ਤਾਂ ਦੇਖੋ ਨਾ, ਉੱਥੇ ਆਪਾਂ ਨੂੰ ਬੈਨੀਫਿਟ ਕੀ ਮਿਲ ਰਿਹਾ। ਅਗਰ ਆਪਾਂ ਓਨਟਾਰੀਓ ਦੇ ਵਿੱਚ ਰਹਿ ਕੇ 5 ਸਾਲ ਦੇ ਵਿੱਚ ਪੀਆਰ ਲੈ ਰਹੇ ਹਾਂ ਤੇ ਉਹੀ ਉੱਥੇ ਆਪਾਂ 2 ਤੋਂ 3 ਸਾਲ ਦੇ ਵਿੱਚ ਪੀਆਰ ਲੈ ਰਹੇ ਹਾਂ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦਾ ਬੈਨੀਫਿਟ ਉਠਾ ਸਕਦੇ ਹਾਂ ਆਪਾਂ। ਜੀ ਬਿਲਕੁਲ, ਕਿਉਂਕਿ ਅਗਰ ਕੋਈ ਸਟੂਡੈਂਟ ਇਹ ਸੁਪਨਾ ਵੇਖਦਾ ਹੈ ਕਿ ਮੈਂ ਵਿਦੇਸ਼ ਜਾਣਾ ਹੈ, ਪੀਆਰ ਲੈਣੀ ਹੈ, ਆਪਣੀ ਲਾਈਫ ਸੈਟਲ ਕਰਨੀ ਹੈ, ਤਾਂ ਮਿਹਨਤ ਕਰਨ ਲਈ ਤਾਂ ਤਿਆਰ ਔਰ ਜ਼ਿੰਦਗੀ ਦੇ ਵਿੱਚ ਸਟਰਗਲ ਲਈ ਤਿਆਰ ਰਹਿਣਾ ਹੀ ਚਾਹੀਦਾ। ਸੋ ਅਗਰ ਆਪਾਂ ਘਰੋਂ ਇੱਕ ਵਾਰੀ ਨਿਕਲ ਹੀ ਗਏ ਆ, ਫਿਰ ਕੋਈ ਵੀ ਜਗ੍ਹਾ ਹੋਵੇ ਦੇਖਣਾ, ਸਾਨੂੰ ਜ਼ਰੂਰ ਇਹ ਡਿਸੀਜਨ ਲੈਣ ਵੇਲੇ ਸੋਚਣਾ ਚਾਹੀਦਾ ਹੈ ਕਿੱਥੇ ਜੋ ਹੈ ਸੌਖੇ ਤਰੀਕੇ ਨਾਲ ਸਾਨੂੰ ਪੀਆਰ ਮਿਲ ਸਕਦੀ ਹੈ। ਬਾਕੀ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਵੀ ਬਹੁਤ ਇੱਕ ਮਾਇਨੇ ਰੱਖਦਾ ਹੁੰਦਾ ਕਿ ਉੱਥੇ ਪਹੁੰਚ ਕੇ ਸਾਡੇ ਰਿਸ਼ਤੇਦਾਰ ਕਿਤੇ ਨਾ ਇੱਕ ਸਪੋਰਟ ਮਿਲਦੀ ਹੈ ਸਟੂਡੈਂਟਸ ਨੂੰ, ਉਹ ਵੀ ਬਹੁਤ ਪੇਰੈਂਟਸ ਵੇਖਦੇ ਨੇ, ਉਹ ਵੀ ਜ਼ਰੂਰੀ ਹੋ ਜਾਂਦਾ ਹੈ। ਪਰ ਕਿਤੇ ਨਾ ਕਿਤੇ ਕੰਸਲਟੈਂਟਸ ਵੱਲੋਂ ਅਸੀਂ ਹਮੇਸ਼ਾ ਹੀ ਸੁਣਿਆ ਕਿ ਵੀ ਸਟੂਡੈਂਟ ਜਿਹੜੀ ਆ ਆਪਣੀ ਚੁਆਇਸ ਨਾ ਰੱਖਣ, ਜ਼ਬਰਦਸਤੀ ਨਾ ਕਰਨ ਕਿ ਅਸੀਂ ਫਲਾਣੀ ਥਾਂ ਹੀ ਜਾਣਾ ਹੈ, ਫਿਰ ਉਸ ਤੋਂ ਬਾਅਦ ਜਦੋਂ ਸਕਸੈਸ ਰੇਟ ਘਟ ਜਾਂਦਾ ਵੀਜ਼ਾ ਦਾ ਤਾਂ ਉਸ ਤੋਂ ਬਾਅਦ ਕੰਸਲਟੈਂਟ ਨੂੰ ਦੋਸ਼ ਦਿੱਤਾ ਜਾਂਦਾ ਹੈ। ਬਿਲਕੁਲ ਉਹੀ ਹੈ ਕਿ ਜਦੋਂ ਵੀ ਤੁਸੀਂ ਕੇਸ ਫਾਈਲ ਕਰਦੇ ਹੋ, ਚਾਹੇ ਤੁਸੀਂ ਦੇਖੋ ਅੱਜ ਕੱਲ ਤਾਂ ਇਦਾਂ ਦਾ ਕੁਝ ਨਹੀਂ ਹੈਗਾ ਕਿ ਤੁਹਾਨੂੰ ਕੋਈ ਗੁੰਮਰਾਹ ਕਰ ਸਕਦਾ ਹੈ, ਸਭ ਕੁਝ ਗੂਗਲ ਦੇ ਉੱਪਰ ਪਿਆ ਹੋਇਆ, ਤੁਸੀਂ ਜਿੱਥੋਂ ਮਰਜ਼ੀ ਸਰਚ ਆਊਟ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੀ ਪ੍ਰੋਫਾਈਲ ਤੇ ਟਿਕੀਆਂ ਹੁੰਦੀਆਂ ਨੇ। ਹੁਣ ਕਈ ਵਾਰੀ ਕੀ ਹੁੰਦਾ ਹੈ, ਸਿਰਫ ਆਪਣੀ ਇੱਕ ਜਿੱਦ ਦੀ ਕਰਕੇ ਕਿ ਇਹ ਲੋਕੇਸ਼ਨ ਚਾਹੀਦੀ, ਆਪਾਂ ਆਪਣਾ ਕੇਸ ਖਰਾਬ ਕਰ ਲੈਣੇ, ਕਿਉਂਕਿ ਇੱਕ ਵਾਰੀ ਵੀ ਅਗਰ ਆਪਣੇ ਕੇਸ ਤੇ ਰਿਫਿਊਜ਼ਲ ਲੱਗ ਗਈ ਨਾ, ਦੈਟ ਮੀਨਸ ਕਿ ਕਿਤੇ ਨਾ ਕਿਤੇ ਆਪਣਾ ਕੇਸ ਥੋੜਾ ਡਾਊਨ ਹੋ ਜਾਂਦਾ ਹੈ। ਸੋ ਅਗਰ ਫਰੈਸ਼ ਕੇਸ ਹੈਗਾ ਤਾਂ ਕਦੇ ਵੀ ਆਪਣੀ ਲੋਕੇਸ਼ਨ ਨੂੰ ਲੈ ਕੇ ਪ੍ਰੈਫਰੈਂਸ ਨਾ ਰੱਖੋ, ਪ੍ਰੋਫਾਈਲ ਉੱਥੇ ਹੀ ਅਪਲਾਈ ਕਰੋ ਜਿੱਥੇ ਤੁਹਾਨੂੰ
ਤੁਹਾਨੂੰ ਵੀ ਸ਼ੋਰਟੀ ਹੈਗੀ ਕਿ ਤੁਹਾਡਾ ਵੀਜ਼ਾ ਆ ਜਾਏਗਾ। ਜੀ ਬਿਲਕੁਲ। ਤੇ ਅੱਜ ਦੇ ਟਾਈਮ ਵਿੱਚ ਅਗਰ ਜਿਵੇਂ ਆਪਾਂ ਦੇਖਦੇ ਹਾਂ ਕਿ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ, ਚਾਹੇ ਕੈਨੇਡਾ ਦੀ ਵੀ ਗੱਲ ਕਰੀਏ, ਆਸਟ੍ਰੇਲੀਆ ਦੀ ਵੀ ਗੱਲ ਕਰੀਏ, ਤਾਂ ਕੀ ਸਟੂਡੈਂਟਸ ਨੂੰ ਇਹੀ ਡਿਸੀਜਨ ਲੈਣਾ ਚਾਹੀਦਾ ਹੈ ਕਿ ਜਦੋਂ ਅਪਲਾਈ ਕਰਨ ਇੱਕ ਨਹੀਂ ਦੋ ਕਾਲਜ, ਤਿੰਨ ਕਾਲਜਸ ਵਿੱਚ ਨਾਲ ਹੀ ਅਪਲਾਈ ਕਰਨ ਤਾਂ ਕਿ? ਬਿਲਕੁਲ, ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈਗਾ ਕਿ ਜਦੋਂ ਆਪਾਂ ਕੇਸ ਫਾਈਲ ਕਰਦੇ ਹਾਂ ਦੈਟ ਟਾਈਮ ਤੇ ਆਫਰ ਲੈਟਰ, ਕਿਉਂਕਿ ਹੁਣ ਕੀ ਹੋ ਰਿਹਾ, ਬਹੁਤ ਸਾਰੇ ਗਵਰਨਮੈਂਟ ਕਾਲਜਸ ਇਦਾਂ ਦੇ ਆ ਜਿੱਥੇ ਆਫਰ ਲੈਟਰ ਨੂੰ ਲੈ ਕੇ ਟਾਈਮ ਲੱਗ ਰਿਹਾ। ਦੈਟ ਮੀਨਸ ਕਿ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਹੈ, ਕਿਉਂਕਿ ਰਸ਼ ਹੀ ਬਹੁਤ ਜ਼ਿਆਦਾ ਹੈਗਾ, ਸਟੂਡੈਂਟਸ ਅਪਲਾਈ ਕਰਨ ਵਾਲੇ ਹੀ ਬਹੁਤ ਹੈ। ਸੋ ਇਸ ਕਰਕੇ ਮੈਂ ਇਹੀ ਕਹੂੰਗੀ ਕਿ ਅਗਰ ਤੁਸੀਂ ਕੇਸ ਫਾਈਲ ਕਰ ਰਹੇ ਹੋ, ਕਦੇ ਵੀ ਇੱਕ ਕਾਲਜ, ਇੱਕ ਯੂਨੀਵਰਸਿਟੀ ਤੇ ਸਟਕ ਹੋ ਕੇ ਨਾ ਚੱਲੋ, ਘੱਟ ਤੋਂ ਘੱਟ ਵੀ 2 ਆਪਸ਼ਨਸ ਆਪਣੀਆਂ ਲੈ ਕੇ ਚਲੋ। ਅਗਰ ਇੱਕ ਜਗ੍ਹਾ ਤੋਂ ਆਪਣਾ ਆਫਰ ਲੈਟਰ ਨਹੀਂ ਰਿਸੀਵ ਹੋ ਰਿਹਾ ਤਾਂ ਆਪਾਂ ਦੂਸਰੀ ਜਗ੍ਹਾ ਤੇ ਤਾਂ ਆਪਾਂ ਨੂੰ ਮਿਲ ਸਕਦਾ ਹੈ ਨਾ। ਜੀ 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 ਬਿਲਕੁਲ। ਸੋ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਸਰ, ਮੈਂ ਤਮੰਨਾ ਬੋਲ ਰਹੀ ਹਾਂ ਹਾਲੇ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਗ੍ਰੈਜੂਏਸ਼ਨ ਕੀਤੀ ਹੋਈ ਹੈ ਮੈਂ, ਯੂਕੇ ਦਾ ਪਤਾ ਕਰਨਾ ਸੀਗਾ। ਗ੍ਰੈਜੂਏਸ਼ਨ ਕਿਹੜੇ ਈਅਰ ਵਿੱਚ ਕੀਤੀ ਹੈ? 2019 ਜੀ। ਤੇ ਉਸ ਤੋਂ ਬਾਅਦ ਕੀ ਕਰ ਰਹੇ ਹੋ ਤਮੰਨਾ ਜੀ? ਹਾਂਜੀ, ਉਸ ਤੋਂ ਬਾਅਦ ਕੀ ਕਰ? ਹਾਂਜੀ, ਫ੍ਰੀ ਨੇ ਉਸ ਤੋਂ ਬਾਅਦ? ਫ੍ਰੀ ਹਾਂ। ਹਾਂਜੀ, ਆਇਲਸ ਕਲੀਅਰ ਕੀਤਾ ਤੁਸੀਂ? ਨਹੀਂ ਮੈਮ। ਠੀਕ ਹੈ। ਅੱਛਾ ਜੀ, ਤੇ ਪਰਸੈਂਟੇਜ ਕਿੰਨੀ ਹੈ ਮੈਮ ਆਪਣੀ? 67%। 67। ਕਦੇ ਟਰਾਈ ਵੀ ਨਹੀਂ ਕੀਤਾ ਆਇਲਸ ਦਾ ਤੁਸੀਂ? ਨਹੀਂ ਮੈਮ। ਓਕੇ, ਸਪਾਊਸ ਕੇਸ ਹੈ ਜਾਂ ਸਿੰਗਲ ਜਾਣਾ? ਐਕਸੈਪਟੇਬਲ ਹੈ ਮੈਮ, ਇਹ ਕਨਫਰਮ ਕਰਨਾ ਸੀਗਾ। ਬਿਲਕੁਲ ਸਰ, ਦੇਖੋ ਮੈਮ, ਜਿੱਦਾਂ ਕਿ ਇਹ ਚੀਜ਼ ਆਪਾਂ ਸ਼ੁਰੂ ਤੋਂ ਹੀ ਡਿਸਕਸ ਕਰ ਰਹੇ ਹਾਂ ਕਿ ਅਗਰ ਤੁਹਾਡੀ ਪ੍ਰੋਫਾਈਲ ਹੈਗੀ ਆ ਲਾਈਕ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤਾਂ ਨੋ ਡਾਊਟ ਯੂਕੇ ਦੇ ਵਿੱਚ ਇਹ ਚੀਜ਼ ਨਾ ਰੱਖ ਕੇ ਚੱਲੋ ਕਿ ਮੈਂ ਆਇਲਸ ਤੋਂ ਬਿਨਾ ਹੀ ਜਾਣਾ ਹੈ। ਆਪਣੇ ਕੋਲ ਡੁਲਿੰਗੋ ਦੀਆਂ ਆਪਸ਼ਨਸ ਵੀ ਹੈਗੀਆਂ ਨੇ, ਪੀਟੀ ਦੀਆਂ ਆਪਸ਼ਨਸ ਵੀ ਹੈਗੀਆਂ ਨੇ, ਕਿਉਂਕਿ ਕਿਤੇ ਨਾ ਕਿਤੇ ਸਟੂਡੈਂਟਸ ਇਹ ਸੋਚਦੇ ਨੇ ਜੇ ਆਇਲਸ ਹੀ ਕਰਨਾ ਤਾਂ ਫਿਰ ਕੈਨੇਡਾ ਕਿਉਂ ਨਹੀਂ, ਯੂਕੇ ਕਿਉਂ ਜਾਈਏ ਅਸੀਂ, ਹੈ ਨਾ। ਤਾਂ ਇਹਦੇ ਵਿੱਚ ਇਹ ਹੈਗਾ ਕਿ ਦੇਖੋ ਯੂਕੇ ਇਸ ਲਈ ਪ੍ਰੈਫਰੈਂਸ ਤੁਹਾਨੂੰ ਦੇ ਰਹੇ ਆ, ਉਹਦੇ ਚ ਬੈਂਡ ਰਿਕੁਆਇਰਮੈਂਟ ਵੀ ਲੋ ਹੈਗੀ ਆ, ਔਰ ਅਗਰ ਆਇਲਸ ਨਹੀਂ ਕਰ ਸਕਦੇ ਤਾਂ ਡੁਲਿੰਗੋ ਦਾ ਐਗਜ਼ਾਮ ਦੇ ਕੇ ਤੁਸੀਂ ਆਪਣਾ ਜਿਹੜਾ ਐਡਮਿਸ਼ਨ ਕ੍ਰਾਈਟੇਰੀਆ ਹੈਗਾ ਉਹਨੂੰ ਫੁੱਲਫਿਲ ਕਰ ਸਕਦੇ। ਜੀ ਬਿਲਕੁਲ, ਪਰ ਇਹ ਵੀ ਕਲੀਅਰ ਕਰ ਦਈਏ ਕਿ ਸਿਰਫ ਯੂਕੇ ਵਿੱਚ ਡੁਲਿੰਗੋ ਬਿਲਕੁਲ, ਯੂਕੇ ਦੇ ਵਿੱਚ ਡੁਲਿੰਗੋ ਅਸੈਪਟੇਬਲ ਹੈ, ਅਦਰਵਾਈਜ਼ ਤਾਂ ਫਿਰ ਪੀਟੀ ਤੇ ਆਇਲਸ ਹੈਗਾ। ਜੀ 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 ਬਿਲਕੁਲ। ਸੋ ਇਹ ਸਟੂਡੈਂਟਸ ਆ ਵਾਕਈ, ਪਰ ਮੈਂ ਇੱਥੇ ਵੀ ਜਾਣਨਾ ਚਾਹੂੰਗੀ ਐਜ਼ ਅ ਕੰਸਲਟੈਂਟ, ਜਿਵੇਂ ਤੁਸੀਂ ਚਲੋ ਸਟੱਡੀ ਵੀਜ਼ਾ ਲਈ ਸਟੂਡੈਂਟਸ ਨੂੰ ਆਪਸ਼ਨਸ ਬਾਰੇ ਦੱਸ ਦਿਓ, ਪਰ ਆਇਲਸ ਨੂੰ ਲੈ ਕੇ ਕੀ ਸੁਜੈਸਟ ਕਰਦੇ ਹੋ? ਕਿਉਂਕਿ ਮੈਂ ਪਹਿਲਾਂ ਵੀ ਸ਼ਾਇਦ ਸਵਾਲ ਕੀਤਾ ਕਿ ਇੱਕ ਵਾਰੀ, 2 ਵਾਰ, 3 ਵਾਰੀ ਟੈਸਟ ਦੇਣ ਤੋਂ ਬਾਅਦ ਵੀ ਡਿਜ਼ਾਇਰਡ ਸਕੋਰ ਨਹੀਂ ਆ ਪਾਉਂਦਾ, ਤਾਂ ਉਹ ਸਟੂਡੈਂਟਸ ਬਾਰ-ਬਾਰ ਉਹੀ ਕਰਦੇ ਰਹਿਣ, ਆਇਲਸ ਦੀ ਕੋਸ਼ਿਸ਼ ਕਰਦੇ ਰਹਿਣ, ਜਾਂ ਫਿਰ ਆਪਣਾ ਦੇਖਣ ਵੀ ਕਿੱਥੇ ਇਸ ਬੈਂਡ ਸਕੋਰ ਨਾਲ ਹੀ ਅਸੀਂ ਜਾ ਸਕਦੇ ਹਾਂ? ਬਿਲਕੁਲ, ਦੇਖੋ ਇਹਦੇ 'ਚ ਕੀ ਹੁੰਦਾ ਕਿ ਜਦੋਂ ਆਪਾਂ ਨੂੰ ਲੱਗਦਾ ਹੈ ਫਸਟ ਜਾਂ ਸੈਕਿੰਡ ਅਟੈਂਪਟ ਦੇ ਵਿੱਚ ਆਪਣੇ ਪ੍ਰੋਪਰ ਉਹ ਸਕੋਰ ਨਹੀਂ ਆ ਪਾਉਂਦੇ, ਤਾਂ ਅਗਰ ਤੁਸੀਂ ਦੁਬਾਰਾ ਉਸ ਚੀਜ਼ ਨੂੰ ਰਿਪੀਟ ਕਰ ਰਹੇ ਹੋ ਤਾਂ ਕਿਤੇ ਨਾ ਕਿਤੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਗੈਪ ਪੈ ਰਿਹਾ। ਸੋ ਕਦੇ ਇਹ ਨਾ ਸੋਚੋ ਕਿ ਅਗਰ ਮੇਰੇ 7 to 8 ਬੈਂਡ ਹੈਗੇ ਆ ਦੈਨ ਮੈਂ ਆਪਣਾ ਕੈਨੇਡਾ ਦਾ ਵੀਜ਼ਾ ਸ਼ੋਰ ਸ਼ਾਟ ਲੈ ਸਕਦਾ, ਇਦਾਂ ਦਾ ਕੁਝ ਨਹੀਂ ਹੈਗਾ। ਤੁਹਾਡੀ ਪ੍ਰੋਫਾਈਲ ਤੇ ਵੀਜ਼ਾ ਆਣਾ, ਜਿੰਨਾ ਤੁਹਾਡੇ ਕੋਲ ਗੈਪ ਘੱਟ ਹੈਗਾ, ਜਿੰਨੀ ਪ੍ਰੋਫਾਈਲ ਅੱਛੀ ਹੈਗੀ ਆ ਉਹਦੇ ਤੇ ਵੀਜ਼ਾ ਆਣਾ, ਕੋਈ ਉਹਦੇ ਨਾਲ ਬੈਂਡ ਸਕੋਰ ਦਾ ਨਹੀਂ ਇੰਨਾ ਹੁੰਦਾ। ਸੋ ਮੇਕ ਸ਼ੋਰ ਅਗਰ ਤੁਹਾਡੇ ਕੋਲ ਦੁਬਾਰਾ ਐਗਜ਼ਾਮ ਦੇਣ ਤੋਂ ਬਾਅਦ ਵੀ ਬੈਂਡ ਨਹੀਂ ਆ ਰਹੇ ਤਾਂ ਮੇਕ ਸ਼ੋਰ ਤੁਸੀਂ ਆਪਦੀ ਕੰਟਰੀ ਸਵਿਚ ਕਰ ਲਓ, ਜਾਂ ਫਿਰ ਉਹਨਾਂ ਬੈਂਡਸ ਤੇ ਅਪਲਾਈ ਕਰੋ ਜਿੱਥੋਂ ਦੀ ਐਲੀਜੀਬਿਲਟੀ ਬਣ ਪਾ ਰਹੀ ਹੈ, ਤਾਂ ਕਿ ਰਿਪੀਟ ਕਰੋਗੇ, ਜਿੰਨੀ ਵਾਰੀ ਵੀ ਰਿਪੀਟ ਕਰੋਗੇ ਉਨਾ ਹੀ ਗੈਪ, ਕਿਉਂਕਿ ਜਦੋਂ ਬੱਚਾ ਇੱਕ ਵਾਰੀ ਰਿਪੀਟ ਕਰਦਾ ਤਾਂ ਘੱਟ ਤੋਂ ਘੱਟ 2 ਮਹੀਨੇ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਦੁਬਾਰਾ ਰਿਪੀਟ ਕਰਦਾ, ਕਿਉਂਕਿ ਦੇਖੋ ਈਜ਼ੀ ਨਹੀਂ ਹੈਗਾ। ਜਦੋਂ ਵੀ ਬੱਚਾ ਐਗਜ਼ਾਮ ਦਿੰਦਾ ਦੈਟ ਟਾਈਮ ਉਹ ਆਪਣੀ ਪ੍ਰੈਕਟਿਸ ਤੇ ਵੀ ਆਪਣਾ ਪੈਸਾ ਖਰਚ ਕਰਦਾ, ਉਸ ਤੋਂ ਬਾਅਦ ਐਗਜ਼ਾਮ ਜਿਹੜੇ ਹੈਗੇ ਨੇ ਉਹ ਵੀ ਹੁਣ ਬਹੁਤ ਕੋਸਟਲੀ ਹੋ ਚੁੱਕੇ ਨੇ। ਸੋ ਕਿਤੇ ਨਾ ਕਿਤੇ ਉਹ ਬਹੁਤ ਸੋਚ ਸਮਝ ਕੇ ਐਗਜ਼ਾਮ ਦਿੰਦਾ। ਸੋ ਅਗਰ 1-2 ਵਾਰੀ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਐਗਜ਼ਾਮ ਪ੍ਰੋਪਰ ਆਪਣੇ ਆਇਲਸ ਚੋਂ ਬੈਂਡ ਨਹੀਂ ਆ ਰਹੇ, ਪੀਟੀ ਕਰ ਸਕਦੇ ਹੋ, ਪੀਟੀ ਤੁਹਾਨੂੰ ਟਫ ਲੱਗਦੀ ਹੈ ਤਾਂ ਦੈਨ ਤੁਸੀਂ ਆਪਣੀ ਕੰਟਰੀ ਸਵਿਚ ਕਰ ਸਕਦੇ ਹੋ। ਜੀ 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 ਬਿਲਕੁਲ। ਸੋ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਦਾ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਵਰਲਡ ਇਮੀਗ੍ਰੇਸ਼ਨ ਨੈਟਵਰਕ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਵਰਲਡ ਇਮੀਗ੍ਰੇਸ਼ਨ ਨੈਟਵਰਕ ਟੀਮ ਦਾ ਜੋ ਆਫਿਸ ਹੈ ਤੁਹਾਨੂੰ ਦੱਸ ਦਈਏ ਮੋਹਾਲੀ ਵਿੱਚ ਸੈਕਟਰ 3B2 ਦੇ ਵਿੱਚ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਟਾਈਮਲੀ ਸਹੀ ਡਿਸੀਜਨ ਤੁਸੀਂ ਲੈ ਸਕੋ। ਹੈਲੋ ਜੀ, ਕਾਲ ਕੱਟ ਚੁੱਕੀ ਹੈ। ਤਾਂ ਮੈਂ ਇੱਥੇ ਜਾਣਨਾ ਚਾਹੂੰਗੀ ਕੈਨੇਡਾ, ਯੂਕੇ ਔਰ ਆਸਟ੍ਰੇਲੀਆ ਦੇ ਉੱਪਰ ਆਪਾਂ ਖਾਸ ਤੌਰ ਤੇ ਗੱਲ ਕਰ ਰਹੇ ਹਾਂ, ਤਾਂ ਕਿਹੜੇ ਇਨਟੇਕ ਨੇ ਹੁਣ ਰੀਸੈਂਟ ਜਿਸ ਦੇ ਉੱਪਰ ਸਟੂਡੈਂਟਸ ਅਪਲਾਈ ਹਲੇ ਕਰ ਸਕਦੇ ਨੇ? ਫਿਲਹਾਲ ਪਹਿਲਾਂ ਮੈਂ ਕਾਲ ਰਿਸੀਵ ਕਰ ਲੈਂਦੀ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਮੈਮ, ਮੈਂ ਸਾਹਿਬਦੀਪ ਗੱਲ ਕਰ ਰਹੀ ਹਾਂ ਖੰਨਾ ਤੋਂ। ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰੇ ਕੋਲ ਇਹ ਹੈ ਕਿ ਮੇਰੇ ਆਇਲਸ ਦੇ ਵਿੱਚ ਓਵਰਆਲ 6.5 ਹੈ, ਨਾਟ ਲੈਸ ਦੈਨ 5.5 ਇਨ ਵਨ ਮੋਡਿਊਲ ਜੀ, ਨਾਟ ਲੈਸ ਦੈਨ 5 ਦੇ ਵਿੱਚ ਨੇ ਜੀ। ਮੈਮ ਮੈਂ ਜਸਟ ਕੰਸਰਨ ਕਰਨਾ ਸੀ ਕਿ ਮੈਂ ਆਸਟ੍ਰੇਲੀਆ ਦੇ ਲਈ ਐਲੀਜੀਬਲ ਹਾਂ ਆਫਟਰ +2। ਕਿਹੜੇ ਈਅਰ ਚ ਕੀਤੀ ਹੈ ਰਾਜੇ +2? ਜਦ ਮੈਂ +2 2019 ਦੇ ਵਿੱਚ ਕੀਤੀ ਹੈ ਵਿਦ 70% ਮੈਡੀਕਲ ਸਟਰੀਮ ਦੇ ਨਾਲ। ਤੇ ਉਸ ਤੋਂ ਬਾਅਦ ਹੁਣ ਤੱਕ ਕੀ ਕਰ ਰਹੇ ਹੋ? ਆਇਲਸ ਹੀ? ਹਾਂਜੀ ਮੈਮ, ਮੈਂ 3-4 ਵਾਰੀ ਆਇਲਸ ਦਾ ਐਗਜ਼ਾਮ ਦੇ ਚੁੱਕੀ ਹਾਂ, ਬਟ ਮੇਰੇ ਬੈਂਡ ਇੰਕਰੀਜ਼ ਨਹੀਂ ਹੋ ਰਹੇ, ਇੱਕ ਨਾ ਇੱਕ ਅੱਧੇ ਵਿੱਚ 5 ਰਹਿ ਹੀ ਜਾਂਦੇ ਨੇ। ਜੀ ਠੀਕ ਹੈ ਜੀ।
ਤਾਂ ਦੇਖੋ ਮੈਮ ਜਿੱਦਾਂ ਹੁਣ ਆਪਾਂ ਡਿਸਕਸ ਕਰ ਰਹੇ ਸੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਗੈਪ ਹੈਗਾ ਉਹਨੂੰ ਲੈ ਕੇ ਇਸ਼ੂ ਆ ਰਹੇ ਨੇ, ਬਟ ਅਗਰ ਆਪਾਂ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਬੈਂਡ ਸਕੋਰ ਅੱਛੇ ਨੇ, ਆਪਾਂ ਨੂੰ ਮਤਲਬ ਆਪਸ਼ਨਸ ਮਿਲ ਸਕਦੀਆਂ ਨੇ, ਬਟ ਦੇਖੋ ਇਸ ਤੋਂ ਜ਼ਿਆਦਾ ਅਗਰ ਤੁਸੀਂ ਗੈਪ ਲੈ ਕੇ ਆਓਗੇ ਤਾਂ ਪੋਸੀਬਲ ਨਹੀਂ ਹੈਗਾ। ਉਹ ਵੀ ਆਪਾਂ ਚੈੱਕ ਕਰ ਸਕਦੇ ਕਿ ਕਿੱਥੇ ਕਿੱਥੇ ਕਿਹੜੀ ਜਗ੍ਹਾ ਤੇ ਆਪਸ਼ਨਸ ਮਿਲ ਸਕਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੀਆਂ ਇਦਾਂ ਦੀਆਂ ਪ੍ਰੋਵਿੰਸਿਸ ਹੈਗੀਆਂ ਨੇ ਜਿੱਥੇ ਤੁਸੀਂ ਕੇਸ ਫਾਈਲ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। ਫੋਰ ਐਗਜ਼ਾਮਪਲ ਤਸਮਾਨੀਆ ਦੀ ਗੱਲ ਕਰੀਏ ਤੇ ਬਹੁਤ ਘੱਟ ਲੋਕ ਨੇ ਜਿਹੜੇ ਪ੍ਰੈਫਰੈਂਸ ਰੱਖਦੇ ਨੇ ਕਿ ਸਾਨੂੰ ਇਹ ਲੋਕੇਸ਼ਨ ਹੀ ਚਾਹੀਦੀ ਹੈ, ਤਾਂ ਇਸ ਟਾਈਮ ਤੇ ਆਪਾਂ ਉੱਥੇ ਵੀ ਆਪਣੇ ਕੇਸ ਫਾਈਲ ਕਰਕੇ ਵੀਜ਼ਾ ਲੈ ਰਹੇ ਹਾਂ। ਸੋ ਮੈਂ ਇਹੀ ਮੈਸੇਜ ਕਨਵੇ ਕਰੂੰਗੀ ਕਿ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਆਪਸ਼ਨਸ ਨਾ ਰੱਖੋ। ਅਗਰ ਤੁਹਾਡੀ ਪ੍ਰੈਫਰੈਂਸ ਆਸਟ੍ਰੇਲੀਆ ਹੈ ਤਾਂ ਇੱਕ ਵਾਰੀ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ ਤੇ ਤੁਸੀਂ ਉਤਰ ਗਏ ਨਾ, ਦੈਨ ਤੁਹਾਡੇ ਕੋਲ ਸਾਰਾ ਆਸਟ੍ਰੇਲੀਆ ਹੈ, ਤੁਸੀਂ ਕਿਤੇ ਵੀ ਮੂਵ ਔਨ ਹੋ ਸਕਦੇ ਹੋ। ਸੋ ਇਸ ਕਰਕੇ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਚੱਲੋ ਕਿ ਕਿੱਥੇ ਐਲੀਜੀਬਿਲਟੀ ਬਣ ਰਹੀ ਹੈ, ਕਿਸੇ ਦੇ ਪਿੱਛੇ ਲੱਗਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜੀ ਬਿਲਕੁਲ, ਸੋ ਬਹੁਤ ਜ਼ਰੂਰੀ ਹੋ ਜਾਂਦਾ ਹੈ। ਮੈਂ ਹਰ ਵਾਰੀ ਸ਼ੋਅ ਦੇ ਵਿੱਚ ਗੱਲ ਕਰਦੀ ਕਿ ਆਪਣੀ ਪ੍ਰੋਫਾਈਲ ਨੂੰ ਸਮਝਿਆ ਕਰੋ। ਉਸ ਤੋਂ ਵੀ ਅਹਿਮ ਗੱਲ ਇਹ ਹੋ ਜਾਂਦੀ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੀ ਪ੍ਰੋਫਾਈਲ ਦੇ ਵਿੱਚ ਗੈਪ ਨਾ ਵਧਣ ਦਿਓ। ਇੱਕ ਚੰਗੇ ਕੰਸਲਟੈਂਟ ਦੀ ਚੋਣ ਜ਼ਰੂਰ ਕਰੋ ਜੋ ਤੁਹਾਨੂੰ ਸਹੀ ਆਪਸ਼ਨ ਦੱਸ ਸਕਣ, ਕਿਉਂਕਿ ਚੰਗੀ ਤੋਂ ਚੰਗੀ ਪ੍ਰੋਫਾਈਲਸ ਦੇ ਉੱਪਰ ਰਿਫਿਊਜ਼ਲ ਲੱਗਦੇ ਵੀ ਦੇਖੇ ਹੈ ਤੇ ਵੀਕ ਪ੍ਰੋਫਾਈਲਸ ਦੇ ਉੱਪਰ ਵੀਜ਼ਾ ਲੱਗਦੇ ਵੀ ਦੇਖੇ ਨੇ। ਸਭ ਡਿਪੈਂਡ ਕਰਦਾ ਇੱਕ ਚੰਗੇ ਕੰਸਲਟੈਂਟ ਦੇ ਉੱਪਰ। ਸੋ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸ਼ੋਅ ਵਿੱਚ ਆਏ, ਚੰਗੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤੀ ਹੈ। ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।